ਵਾਹਿਗੁਰੂ 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 ਵਾਹਿਗੁਰੂ। ਬਾਜਿਓ ਪਰਿਓ ਨਿਸ਼ਾਨੈ ਘਾਓ, ਖੇਤ ਚੋ ਮਾਂਡਿਓ ਸੂਰਮਾ, ਅਬ ਜੂਝਨ ਕੋ ਦਾਵ। ਸੂਰਾ ਸੋ ਪਹਿਚਾਨੀਐ, ਜੋ ਲਰੈ ਦੀਨ ਕਹੇ। ਪੁਰਜਾ ਪੁਰਜਾ ਕਟ ਮਰੈ, ਕਬਹੂ ਨਾ ਛਾੜੈ ਖੇਤ। ਜਬ ਆਪ ਕੀ ਔਧ ਨਿਧਾਨ ਬਨੈ, ਅਤ ਹੀ ਰਨ ਮੈਂ ਤਬ ਜੂਝ ਮਰੋ। ਅਤ ਹੀ ਰਨ ਮੈਂ ਤਬ ਜੂਝ ਮਰੋ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਔਰ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਸਾਹਿਬੇ ਕਮਾਲ ਨਾਸੁਰੂ ਮਨਸੂਰ ਗੁਰੂ ਗੋਬਿੰਦ ਸਿੰਘ, ਏਜ ਦੀ ਮਨਜੂਰ ਗੁਰੂ ਗੋਬਿੰਦ ਸਿੰਘ, ਸਰਬੰਸਦਾਨੀ ਪਿਤਾ ਧੰਨ 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 ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਕਿਰਪਾ ਦੇ ਪਾਤਰ, ਜਿਨ੍ਹਾਂ ਤੇ ਮਹਾਰਾਜ ਦੀ ਵਿਸ਼ੇਸ਼ ਕਰਕੇ ਕਿਰਪਾ, ਮਹਾਨ ਯੋਧੇ, ਮਹਾਨ ਸੂਰਬੀਰ, ਮਹਾਨ ਜਰਨੈਲ ਤੇ ਸਾਧ ਸੰਗਤ ਜੀ, ਐਸੇ ਯੋਧੇ ਜਿਨ੍ਹਾਂ ਨੇ ਮੁਗਲਾਂ ਨੂੰ, ਜ਼ੁਲਮ ਕਰਨ ਵਾਲਿਆਂ ਨੂੰ, ਹਾਕਮਨਾਮਾਂ ਨੂੰ, ਵੱਡੀਆਂ ਵੱਡੀਆਂ ਜੋ ਅਹੁਦੇ 'ਤੇ ਸਰਕਾਰਾਂ ਦੀਆਂ ਹਸਤੀਆਂ ਸੀ, ਉਹਨਾਂ ਨੂੰ ਮਿੱਟੀ ਵਿੱਚ ਮਿਲਾਉਣ ਵਾਲੇ ਧੰਨ ਧੰਨ ਬਾਬਾ ਬੰਦਾ ਸਿੰਘ ਜੀ ਬਹਾਦਰ, ਉਹਨਾਂ ਦਾ ਸ਼ਹੀਦੀ ਦਿਹਾੜਾ ਹੈ, ਉਹਨਾਂ ਦਾ ਸ਼ਹਾਦਤ ਦਾ ਦਿਹਾੜਾ ਹੈ। ਉਹਨਾਂ ਦੀ ਸ਼ਹਾਦਤ ਨੂੰ ਉਹਨਾਂ ਦੇ ਚਰਨਾਂ 'ਚ ਕੋਟ ਕੋਟ ਨਮਨ ਕਰਦੇ ਹੋਏ ਆਪਾਂ ਸਾਰੇ ਇਕੱਤਰ ਹੋਏ ਹਾਂ। ਉਹਨਾਂ ਦੀ ਸ਼ਹਾਦਤ ਦੇ ਸੰਬੰਧ ਵਿੱਚ ਉਹਨਾਂ ਦੇ ਚਰਨਾਂ 'ਚ ਹਾਜ਼ਰੀ ਲਵਾਉਣ ਵਾਸਤੇ, ਸ਼ਹੀਦਾਂ ਦੇ, ਜਿਨ੍ਹਾਂ ਸ਼ਹੀਦਾਂ ਨੇ ਅੱਜ ਜਿਹੜਾ ਸਾਡਾ ਖੁਸ਼ਹਾਲ ਜੀਵਨ ਹੈ, ਅੱਜ ਅਸੀਂ ਸੁਖੀ ਹਾਂ, ਪਰਿਵਾਰਾਂ ਸਮੇਤ ਹਾਂ, ਉਹਨਾਂ ਸ਼ਹੀਦਾਂ ਦੀ ਬਦੌਲਤ ਹਾਂ। ਸਾਡਾ ਫਰਜ਼ ਬਣਦਾ ਹੈ ਉਹਨਾਂ ਦੇ ਦਿਨ ਮਨਾਉਣ ਦਾ, ਉਹਨਾਂ ਦੀ ਯਾਦ ਵਿੱਚ ਜੁੜਨ ਦਾ। ਪਰ ਜਦੋਂ ਬੰਦਾ ਬੇਕਦਰਦਾਨ ਹੋ ਜੇ, ਫਿਰ ਨਹੀਂ ਉਧਰ ਜਾਂਦਾ। ਪਰ ਜਿਨ੍ਹਾਂ ਨੂੰ ਅਹਿਸਾਸ ਹੈ, ਜਿਨ੍ਹਾਂ ਨੂੰ ਪਿਆਰ ਹੈ ਸ਼ਹੀਦਾਂ ਨਾਲ, ਅੱਜ ਵੀ ਉਹਨਾਂ ਦੇ ਦਿਨ ਮਨਾਉਂਦੇ ਨੇ, ਉਹਨਾਂ ਦੇ ਦਿਨ ਨਾਲ ਜੁੜਦੇ ਨੇ, ਸਿਮਰਨ ਕਰਦੇ ਨੇ, ਭਜਨ ਪਾਠ ਭਾਵੇਂ ਰੋਜ਼ ਕਰਦੇ ਨੇ, ਪਰ ਸ਼ਹੀਦਾਂ ਵਾਲੇ ਦਿਨ ਵਿਸ਼ੇਸ਼ ਕਰਕੇ ਕਥਾ ਕੀਰਤਨ ਸਰਵਣ ਕਰਦੇ ਹਨ। ਸੋ ਆਪਾਂ ਵੀ ਅੱਜ ਸਾਰਿਆਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਇਤਿਹਾਸ ਬਾਰੇ ਜੋ ਜਾਣਨਾ ਹੈ, ਸਾਰਿਆਂ ਨੇ ਪ੍ਰੇਮ ਦਾ ਸਬੂਤ ਦੇਣਾ ਹੈ, ਆਪਣੀਆਂ ਮਨੋਬਿਰਤੀਆਂ ਨੂੰ ਉਜਾਗਰ ਕਰਕੇ ਗੁਰੂ ਦੇ ਇਤਿਹਾਸ ਨਾਲ, ਬਾਬਾ ਬੰਦਾ ਸਿੰਘ ਬਹਾਦਰ ਦੇ ਇਤਿਹਾਸ ਨਾਲ ਜੁੜਨ ਦੀ ਖੇਚਲਾ ਕਰਨੀ। ਸਾਧ ਸੰਗਤ ਜੀ, ਇਹ ਵਿਚਾਰ ਸ਼ੁਰੂ ਹੁੰਦੀ ਹੈ ਨੰਦੇੜ ਦੀ ਧਰਤੀ ਤੋਂ। ਹਜ਼ੂਰ ਸਾਹਿਬ
ਨੰਦੇੜ ਸਾਹਿਬ, ਅਬਚਲ ਨਗਰ, ਜਿੱਥੇ ਗੁਰੂ ਕਲਗੀਧਰ ਪਾਤਸ਼ਾਹ ਨੇ, ਜਿੱਥੋਂ ਸ਼ੁਰੂ ਕਰਦੇ ਨੇ ਵੈਸੇ ਮਹਾਰਾਜ ਆਪਣੇ ਸੰਸਾਰਕ ਜੀਵਨ ਦੀ ਯਾਤਰਾ। ਮਹਾਰਾਜ ਦਾ ਇਹ ਅਵਤਾਰ ਤੋਂ ਪਹਿਲਾਂ ਦਾ ਇੱਥੇ ਤਪ ਸਥਾਨ ਵੀ ਬਣਿਆ। ਇੱਥੇ ਤਪ ਕਰਕੇ ਫਿਰ ਮਾਰਨ ਗਏ ਸੀ ਹੇਮਕੁੰਡ ਸਾਹਿਬ। ਹੇਮਕੁੰਡ ਸਾਹਿਬ ਤੋਂ ਕਈ ਯੁੱਗ ਤਪ ਕਰਕੇ ਫਿਰ ਸੱਚੇ ਪਾਤਸ਼ਾਹ ਜੀ ਪਟਨਾ ਸਾਹਿਬ ਅਵਤਾਰ ਧਾਰਦੇ ਨੇ। ਪਟਨਾ ਸਾਹਿਬ ਤੋਂ ਅਨੰਦਪੁਰ ਸਾਹਿਬ, ਅਨੰਦਪੁਰ ਸਾਹਿਬ ਤੋਂ ਗੜੀ ਸਾਹਿਬ, ਜਿੱਥੇ ਮਹਾਰਾਜ ਦੇ ਵੱਡੇ ਲਾਲ ਸ਼ਹੀਦ ਹੋਏ। ਸਰਸਾ ਨਦੀ ਤੇ ਸਾਰਾ ਪਰਿਵਾਰ ਮਹਾਰਾਜ ਦਾ ਖੇਰੂ ਖੇਰੂ ਹੋ ਗਿਆ। ਅੱਗੇ ਗੜੀ ਵਿੱਚ ਆਪਣੀਆਂ ਅੱਖਾਂ ਦੇ ਸਾਹਮਣੇ ਆਪਣੇ ਸਾਹਿਬਜ਼ਾਦੇ ਨੂੰ ਸ਼ਹੀਦ ਹੁੰਦਾ ਦੇਖਿਆ। ਸਾਡੇ ਵਾਸਤੇ ਗੁਰੂ ਮਹਾਰਾਜ ਨੇ ਸਰਬੰਸ ਵਾਰਤਾ। ਇਸ ਕਰਕੇ ਸਾਧ ਸੰਗਤ ਜੀ, ਅਸੀਂ ਮਹਾਰਾਜ ਦਾ ਧੰਨਵਾਦ ਹੀ ਨਹੀਂ ਕਰ ਸਕਦੇ। ਸ਼ੁਕਰਗੁਜ਼ਾਰ ਹਨ ਜਿਨ੍ਹਾਂ ਨੇ ਸਾਡੇ ਵਾਸਤੇ ਇੰਨਾ ਕੁਛ। ਸਾਨੂੰ ਚਾਹੀਦਾ ਸੀ ਕਿ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਅਸੀਂ ਉਹਨਾਂ ਦੇ ਸ਼ੁਕਰਗੁਜ਼ਾਰ ਹੁੰਦੇ। ਦਾਤਿਆ, ਤੂੰ ਸਾਡੇ ਵਾਸਤੇ ਆਪਣਾ ਸਰਬੰਸ ਕੁਰਬਾਨ ਕੀਤਾ, ਸੀ ਤੇਰੀ ਇੱਛਾ ਜਿਹੜੀ ਉਹਨੂੰ ਪੂਰੀ ਕਰਾਂਗੇ। ਕਿਉਂਕਿ ਮਹਾਰਾਜ ਕਹਿੰਦੇ ਸੀ ਨਾ, ਸਾਡੀ ਇੱਛਾ ਹੈ ਕਿ ਖੰਡੇ ਬਾਟੇ ਦਾ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਜਨਮ ਸਫਲਾ ਕਰੋ। ਇੱਥੋਂ ਗੜੀ ਸਾਹਿਬ ਤੋਂ ਮਾਛੀਵਾੜੇ ਦੇ ਜੰਗਲ, ਇੱਥੋਂ ਫਿਰ ਗੁਲਾਬਾ, ਪੰਜਾਬਾ, ਮਸੰਦ, ਉੱਥੋਂ ਗਨੀ ਖਾਂ, ਨਬੀ ਖਾਂ। ਗਨੀ ਖਾਂ, ਨਬੀ ਖਾਂ ਦੇ ਘਰ ਤੋਂ ਉੱਚ ਦਾ ਪੀਰ ਬਣਾ ਕੇ ਕਟਾਣਾ ਸਾਹਿਬ, ਰਾਏਕੋਟ, ਜਿੱਥੇ ਛੋਟੇ ਸਾਹਿਬਜ਼ਾਦੇ ਦੀ ਖਬਰ ਮਿਲੀ ਸਰਹੱਦ ਤੋਂ, ਨੂਰਾ ਮਾਈ ਲੈ ਕੇ ਆਏ। ਉੱਥੋਂ ਕੋਟਕਪੂਰਾ, ਫਿਰ ਇੱਧਰ ਮੁਕਤਸਰ ਸਾਹਿਬ, ਜਿੱਥੇ 14ਵੀਂ ਜੰਗ ਮਹਾਰਾਜ ਨੇ ਕੀਤੀ। ਉਸ ਤੋਂ ਬਾਅਦ ਕਮਰ ਕਸਾ ਖੋਲ੍ਹਿਆ, ਸਾਬੋ ਕੀ ਤਲਵੰਡੀ, ਦਮਦਮਾ ਸਾਹਿਬ। ਦਮਦਮਾ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਨੇ ਸਾਧ ਸੰਗਤ ਜੀ ਜਿਹੜੇ ਬਚਨ ਅਨੰਦਪੁਰ ਸਾਹਿਬ ਕੀਤੇ ਸੀ ਕਿ ਬਾਣੀ ਸ਼ੁੱਧ ਪੜ੍ਹਨੀ ਹੈ। ਉੱਥੇ ਦੱਖਣੀ ਓਂਕਾਰ ਦਾ ਪਾਠ ਕਰਦਾ ਹੈ ਸਿੰਘ, ਤੇ ਪੜ੍ਹ ਜਾਂਦਾ, ਕਰਤੇ ਕੀਮਤ ਕਰਤਾ ਜਾਣੈ, ਕੈ ਜਾਣੈ ਗੁਰ ਸੂਰਾ ਲਿਖਿਆ, ਤੇ ਉਹ ਕੇ ਪੜ੍ਹ ਜਾਂਦਾ, ਇੱਕ ਲਾਂ ਛੱਡ ਦਿੰਦਾ। ਉਹਦੇ ਮੂੰਹ ਤੇ ਭਾਵੇਂ ਮਾਰ ਵੀ ਪਈ ਸੀ, ਮਹਾਰਾਜ ਨੇ ਕਿਹਾ ਸੀ ਇਹ ਸਾਡੇ ਅੰਗ ਤੋੜਦਾ, ਗੁਰਬਾਣੀ ਦਾ ਉਚਾਰਨ ਸਹੀ ਨਹੀਂ ਹੈ। 3 ਵਾਰੀ ਸਮਝਾਇਆ ਸੀ, ਸਮਝਿਆ ਨਹੀਂ। ਫਿਰ ਖਾਲਸੇ ਨੇ ਬੇਨਤੀ ਕੀਤੀ, ਮਹਾਰਾਜ ਅਸੀਂ ਤਾਂ ਬੇਸਮਝ ਅਲਪਗ, ਤੁਸੀਂ ਪਰਮੇਸ਼ਰ ਅਵਤਾਰ, ਸੱਚੇ ਪਾਤਸ਼ਾਹ ਕਿਰਪਾ ਕਰੋ, ਸਾਨੂੰ ਬਾਣੀ ਦਾ ਸ਼ੁੱਧ ਉਚਾਰਨ ਦੱਸੋ, ਅਰਥ ਦੱਸੋ ਬਾਣੀ ਦੇ। ਮਾਰ ਕਹਿੰਦੇ ਜੰਗਾਂ ਯੁੱਧਾਂ ਤੋਂ ਵਿਹਲੇ ਹੋ ਕੇ ਦੱਸਾਂਗੇ। ਫਿਰ ਸਾਬੋ ਕੀ ਤਲਵੰਡੀ, ਇੱਥੇ ਮਹਾਰਾਜ ਨੇ ਜਦੋਂ ਬੀੜ ਮੰਗਾਈ, ਧੀਰਮਲੀਆਂ ਨੇ ਜਵਾਬ ਦਿੱਤਾ, ਜੇ ਗੁਰੂ ਸਮਰੱਥ ਹੈ ਆਪ ਲਿਖਾ ਲੇ। ਸ਼ਹੀਦ ਭਾਈ ਮਨੀ ਸਿੰਘ ਨੂੰ ਲਿਖਾਰੀ ਲਾ ਕੇ ਸ਼ਹੀਦ ਬਾਬਾ ਦੀਪ ਸਿੰਘ ਨੇ ਕਲਮਾਂ ਤਿਆਰ ਕੀਤੀਆਂ। ਇੱਕੋ ਓਂਕਾਰ ਤੋਂ ਲੈ ਕੇ 18, 10, 20 ਤੱਕ ਮਹਾਰਾਜ ਨੇ ਬਾਣੀ ਉਚਾਰੀ। ਕਿਉਂਕਿ ਇੰਨਾ ਸਮਾਂ ਨਹੀਂ ਆਪਾਂ ਵਿਸਥਾਰ ਦਈਏ ਵਿਚਾਰ ਨੂੰ, ਸਮਾਂ ਆਪਣੇ ਕੋਲ ਬੜਾ ਸੰਕੋਚਵਾਂ ਜਿਹਾ, ਇਤਿਹਾਸ ਬੜਾ ਵੱਡਾ ਹੈ। ਪਰ ਕੋਸ਼ਿਸ਼ ਕਰਾਂਗੇ ਮੇਨ ਜੋ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਦੀਆਂ ਵਿਚਾਰਾਂ ਸ਼ੁਰੂ ਆਪਾਂ ਸਰਵਣ ਕਰੀਏ। ਸੋ ਸੱਚੇ ਪਾਤਸ਼ਾਹ ਨੇ ਪਹਿਲੇ ਦਿਨ 13 ਅੰਗੀ ਉਚਾਰੇ ਸੀ, ਤੇ ਦੁਪਹਿਰ ਤੋਂ ਬਾਅਦ ਉਹਦੇ ਅਰਥ ਕੀਤੇ ਸੀ। 9 ਮਹੀਨੇ ਤੇ ਕੁਛ ਦਿਨ ਪਲ ਲੱਗੇ ਇੱਥੇ। ਫਿਰ ਸ੍ਰੀ ਅਖੰਡ ਪਾਠ ਸਾਹਿਬ ਜਾਪ ਹੋਇਆ, ਅੰਮ੍ਰਿਤ ਸੰਚਾਰ ਵੀ ਮਹਾਰਾਜ ਕਰਾਉਂਦੇ ਰਹੇ। ਇੱਥੇ 1,30,000 ਨੂੰ ਅੰਮ੍ਰਿਤ ਵੀ ਛਕਾਇਆ।
ਜਿਹੜਾ ਖਾਲਸੇ ਨੇ ਬਚਨ ਕੀਤੇ ਸੀ ਨਾ ਗੜੀ ਸਾਹਿਬ, ਮਹਾਰਾਜ ਤੁਸੀਂ ਕਹਿੰਦੇ ਹੋ ਅਸੀਂ ਸ਼ਹੀਦ ਹੋਣਾ ਹੈ। ਕਲਗੀਆਂ ਵਾਲਾ ਪਾਤਸ਼ਾਹ, ਜੇ ਤੁਸੀਂ ਗੜੀ ਚੋਂ ਬਾਹਰ ਤੁਰ ਜਾਓ, ਸਾਡੇ ਵਰਗਾ ਲੱਖਾਂ ਖਾਲਸਾ ਸਜਾ ਦੋਗੇ, ਪਰ ਲੱਖਾਂ ਖਾਲਸਾ ਇਕੱਠਾ ਹੋ ਕੇ ਗੁਰੂ ਗੋਬਿੰਦ ਸਿੰਘ ਵਰਗਾ ਗੁਰੂ ਨਹੀਂ ਬਣਾ ਸਕਦਾ। ਉਹ ਬਚਨ ਖਾਲਸੇ ਦੇ ਮੰਨੇ ਤੇ ਲੱਖਾਂ ਹੀ ਫਿਰ ਸਜਾਇਆ ਗੁਰੂ ਕਲਗੀਧਰ ਪਾਤਸ਼ਾਹ ਨੇ ਖਾਲਸਾ। ਇੱਥੇ ਹੀ ਮਹਾਰਾਜ ਨੇ ਔਰੰਗਜ਼ੇਬ ਬਾਦਸ਼ਾਹ ਦੇ ਪੁੱਤਰਾਂ ਵਿੱਚ ਜੰਗ ਪੈ ਗਿਆ। ਜਦੋਂ ਮਹਾਰਾਜ ਨੇ ਫਤਿਹ ਦੀ ਚਿੱਠੀ ਪਿੱਛੇ ਲਿਖਤੀ ਸੀ ਮਹਾਰਾਜ ਨੇ, ਤੇ ਫਤਿਹ ਦੀ ਚਿੱਠੀ ਜਫਰਨਾਮਾ ਪੜ੍ਹ ਕੇ ਉਹਦੀ ਮੌਤ ਹੋਈ। ਏਡੇ ਮਹਾਰਾਜ ਸੱਚੇ ਪਾਤਸ਼ਾਹ ਕਲਮ ਦੇ ਵੀ ਧਨੀ ਸੀ। ਇੰਨਾ ਹੀ ਮਹਾਰਾਜ ਨੇ ਉਹ ਜਫਰਨਾਮੇ ਵਿੱਚ ਤਕਸੀਰ ਭਰ ਦਿੱਤੀ, ਜਿਹਨੂੰ ਪੜ੍ਹਦੇ ਉਹਦੇ ਸਵਾਸ ਖੁਸ਼ਕ ਹੋ ਗਏ, ਮਰਨਾ ਪਿਆ ਉਹਨੂੰ, ਕਿਉਂਕਿ ਮਹਾਰਾਜ ਨੇ ਲਾਹਣਤਾਂ ਵੀ ਪਾਈਆਂ ਨੇ ਜਫਰਨਾਮੇ ਵਿੱਚ। ਬਈ ਤੂੰ ਤਾਂ ਉਂਝ ਧਰਮੀ ਆਪਣੇ ਆਪ ਨੂੰ ਕਹੁਣਾ, ਧਰਮ ਵਾਲੀ ਗੱਲ ਤੇਰੇ 'ਚ ਇੱਕ ਵੀ ਨਹੀਂ ਹੈ। ਕੋਈ ਜ਼ਬਾਨ ਨਹੀਂ ਤੇਰੀ, ਜਿਹੜੇ ਬੰਦੇ ਦੀ ਜ਼ਬਾਨ ਨਹੀਂ ਹੁੰਦੀ ਧਰਮੀ ਤਾਂ ਦੂਰੋਂ ਬੰਦਾ ਵੀ ਨਹੀਂ ਹੁੰਦਾ। ਉਹ ਬੰਦਾ ਨਹੀਂ ਹੈ ਜਿਹਦੀ ਜ਼ਬਾਨ ਨਹੀਂ ਹੈ। ਇਸ ਕਰਕੇ ਮਹਾਰਾਜ ਨੇ ਬੜੀਆਂ ਲਾਹਣਤਾਂ ਪਾਈਆਂ ਸੀ। 40 ਤੂੰ ਭੇਜੇ 10 ਲੱਖ, 40 ਨੂੰ 100, 200, 500, 1000, 10,000 ਭੇਜ ਦਿੰਦਾ, ਲੱਖ ਭੇਜ ਦਿੰਦਾ। 10 ਲੱਖ ਭੇਜਿਆ। ਤੈਨੂੰ ਸ਼ਰਮ ਆਉਣੀ ਚਾਹੀਦੀ ਹੈ। ਉਹ ਪੜ੍ਹਦਾ ਹੀ ਮਰ ਗਿਆ ਸੀ। ਫਿਰ ਬਹਾਦਰ ਸ਼ਾਹ ਤੁੰਦਾ ਭਰਾ ਜਿਹੜਾ ਸੀ ਤਾਰਾ ਆਜਮ, ਆਪਸ 'ਚ ਜੰਗ। ਤਾਰਾ ਆਜਮ ਕੋਲ ਵੱਡੀਆਂ ਤੋਪਾਂ ਸੀ, ਨਹੀਂ ਮੁਕਾਬਲਾ ਕਰ ਸਕਦਾ ਹੀ ਬਹਾਦਰ ਸ਼ਾਹ। ਬਹਾਦਰ ਸ਼ਾਹ ਨੇ ਕਿਹਾ ਕੌਣ ਮੈਨੂੰ ਤਖਤ ਦਵਾ ਸਕਦਾ? ਭਾਈ ਨੰਦ ਲਾਲ ਕਹਿੰਦੇ ਗੁਰੂ ਕਲਗੀਧਰ ਪਾਤਸ਼ਾਹ, ਜਿੰਦੇ ਦਰ ਤੋਂ ਵੱਡੇ ਵੱਡੇ ਰਾਜਿਆਂ ਨੂੰ ਰਾਜ ਭਾਗ ਪ੍ਰਾਪਤ ਹੁੰਦੇ ਨੇ। ਅਸੀਂ ਤਾਂ ਭੁੱਲ ਗਏ ਹਾਂ, ਭਰਮਾਂ 'ਚ ਪੈ ਗਏ ਹਾਂ, ਕਿਤੇ ਹੋਰੋਂ ਹੀ ਰਾਜ ਭਾਗ ਮੰਗਦੇ ਫਿਰਦੇ ਹਾਂ ਨੱਕਾਂ ਰਗੜ ਕੇ। ਜਿੱਥੋਂ ਮਿਲਣੇ ਨੇ ਉਹ ਸਾਨੂੰ ਵਿਸਰਿਆ ਹੋਇਆ ਸਾਹਿਬ। ਜਿੰਨੇ ਰਾਜ ਭਾਗ ਦਿੱਤੇ ਨੇ ਦੇ ਰਿਹਾ ਹੈ, ਤੇ ਜਿੰਨੇ ਦੇਣੇ ਨੇ ਉਹ ਸਾਹਿਬ ਨਾਲ ਜੁੜੀਏ। ਗੁਰੂ ਕਲਗੀਧਰ ਪਾਤਸ਼ਾਹ ਬਹਾਦਰ ਸ਼ਾਹ ਨੂੰ ਰਾਜ ਦਵਾਇਆ, ਮਹਾਰਾਜ ਨੇ ਜਿੱਤ ਕਰਾਈ ਆਪ। ਇੱਥੋਂ ਮਹਾਰਾਜ ਚੱਲੇ ਨੰਦੇੜ ਦੀ ਧਰਤੀ ਨੂੰ। ਇੱਥੇ ਮਹਾਰਾਜ ਪਹੁੰਚ ਗਏ ਨੇ, ਸੁਖਮਨੀ ਸਾਹਿਬ ਦਾ ਪਾਠ ਕਰਦੇ ਜਾ ਰਹੇ ਨੇ। ਸੁਖਮਨੀ ਸਾਹਿਬ ਦਾ ਪਾਠ ਪੂਰਾ ਹੋ ਗਿਆ। ਅਕਾਲ ਪੁਰਖ ਨੂੰ ਸੰਬੋਧਨ ਕਰਕੇ ਮਹਾਰਾਜ ਨਮਸਕਾਰ ਕੀਤੀ। ਜਦੋਂ ਨਮਸਕਾਰ ਕੀਤੀ, ਤੀਰ ਇੰਜ ਸਾਹਮਣੇ ਕਰਕੇ, ਅੱਗੇ ਸਮਾਧ ਸੀ। ਮਹਾਰਾਜ ਤੁਸੀਂ ਸਮਾਧ ਨੂੰ ਸਿਰ ਝੁਕਾਇਆ, ਕਿਉਂਕਿ ਖਾਲਸੇ ਨੂੰ ਹੁਕਮ ਨਹੀਂ ਨਾ, ਕੋਈ ਲੱਖ ਥਾਂ ਬਣੀ ਹੋਵੇ ਭਾਵੇਂ, ਖਾਲਸੇ ਨੇ ਤਾਂ ਸਿਰ ਤਾਂ ਕੀ ਝਾਕ ਕੇ ਵੀ ਨਹੀਂ ਵੇਖਣਾ ਉਧਰ। ਖਾਲਸਾ ਕਹਿੰਦਾ ਕਲਗੀਆਂ ਵਾਲਾ ਪਾਤਸ਼ਾਹ, ਤੁਸੀਂ ਸਾਨੂੰ ਕਿਹਾ ਹੈ ਜਾਗਤ ਜੋਤ ਜਪੈ ਨਿਸਬਾਸੁਰ, ਏਕ ਬਿਨਾ ਮਨ ਨੈਕ ਨਾਨੈ, ਪੂਰਨ ਪ੍ਰੇਮ ਪ੍ਰੀਤ ਸਜੈ ਬਰਤ, ਗੋਰ ਮੜੀ ਮਟ ਭੂਲ ਨ ਮਾਨੈ, ਤੀਰਥ ਦਾਨ ਦਇਆ ਤਪ ਸੰਜਮ, ਏਕ ਬਿਨਾ ਨੈਕ ਪਛਾਨੈ, ਪੂਰਨ ਜੋਤ ਜਗੈ ਘਟ ਮੈਂ, ਤਬ ਖਾਲਸਾ ਇਨ ਖਾਲਸ ਜਨ। ਮਾਰ ਕਹਿੰਦੇ ਸਾਨੂੰ ਖੁਸ਼ੀ ਹੋਈ ਹੈ, ਸਾਡਾ ਖਾਲਸਾ ਸੁਚੇਤ ਹੋ ਗਿਆ ਹੈ, ਜਿਹੜਾ ਗੁਰੂ ਨੂੰ ਪੁੱਛ ਸਕਦਾ ਹੈ, ਕੱਲ ਨੂੰ ਅੰਮ੍ਰਿਤਧਾਰੀ ਨੂੰ ਪੁੱਛ ਸਕਦਾ ਤੂੰ ਅੰਮ੍ਰਿਤ ਛਕਿਆ ਕੀ ਕਰਦਾ ਫਿਰਦਾ ਹੈ, ਪੁੱਛ ਸਕਦਾ ਹੈ। ਜਿਹੜਾ ਗੁਰੂ ਨੂੰ ਪੁੱਛ ਸਕਦਾ ਹੈ, ਅੰਮ੍ਰਿਤਧਾਰੀ ਨੂੰ ਵੀ ਪੁੱਛ ਸਕਦਾ ਹੈ, ਤੂੰ ਖੰਡੇ ਬੱਟ ਦਾ ਅੰਮ੍ਰਿਤ ਛਕੇ ਤੇ ਤੇਰਾ ਸਿਰ ਕਿੱਥੇ ਨਿਭਦਾ ਫਿਰਦਾ ਹੈ, ਪੁੱਛ ਸਕਦਾ ਹੈ। ਮਾਰ ਕਹਿੰਦੇ ਅਸੀਂ ਖੁਸ਼ ਹੋਏ ਹਾਂ, ਖਾਲਸਾ ਸੁਚੇਤ ਹੈ, ਪਰ ਅਸੀਂ ਸਿਰ ਇਹਨੂੰ ਨਹੀਂ ਨਿਵਾਇਆ। ਸਾਡਾ ਸੁਖਮਨੀ ਸਾਹਿਬ ਦਾ ਪਾਠ ਪੂਰਾ ਹੋ ਗਿਆ। ਤੀਰ ਨੂੰ ਸੰਬੋਧਨ ਕਰਕੇ ਅਕਾਲ ਪੁਰਖ ਨੂੰ ਨਮਸਕਾਰ ਕੀਤੀ, ਪਰ ਸਾਨੂੰ ਤਨਖਾਹ ਲਾਓ ਜੇ ਤੁਹਾਡੇ ਮਨ 'ਚ। ਕਹਿੰਦੇ ਮਹਾਰਾਜ ਫਿਰ ਆਪਣੇ ਖਜ਼ਾਨੇ ਵਿੱਚੋਂ, ਸੰਗਤ ਦੇ ਨਹੀਂ, ਆਪਣੇ ਖਜ਼ਾਨੇ 1.25 ਕਿਲੋ ਦੀ ਦੇਗ ਖਾਲਸੇ ਨੂੰ ਛਕਾਓ। ਮਹਾਰਾਜ ਨੇ 1.25 ਕਿਲੋ ਦੀ ਛਕਾਈ ਸੀ। ਇਸ ਕਰਕੇ ਖਾਲਸਾ ਸੁਚੇਤ ਹੋਣਾ ਚਾਹੀਦਾ ਹੈ, ਤਿਆਰ ਬਰ ਤਿਆਰ, ਗੁਰੂ ਦੇ ਬਚਨਾਂ ਪਹਿਰਾ ਦੇਵੇ। ਇੱਥੇ ਫਕੀਰ ਮਿਲੇ ਦਾਦੂ ਦੁਆਰੇ,
ਕਈ ਕਹਿੰਦੇ ਸੂਰੇ ਮਿਲੇ, ਕੋਈ ਕਹਿੰਦੇ ਫਕੀਰ ਮਿਲੇ। ਖੈਰ ਜਿਵੇਂ ਮਿਲੇ, ਇੱਥੇ ਮਹਾਰਾਜ ਨੂੰ ਸੁਨੇਹਾ ਮਿਲਿਆ, ਇੱਕ ਕੋਈ ਫਕੀਰ ਹੈ, ਕੋਈ ਸਾਧੂ ਹੈ, ਬੜਾ ਪਹੁੰਚਿਆ, ਬਰਾਗੀ ਹੈ ਕੋਈ, ਉਹ ਆਪਣੇ ਪਲੰਘ ਤੇ ਬਿਠਾਉਂਦਾ ਹੈ ਤੇ ਬਾਅਦ ਵਿੱਚ ਉਹਨੇ ਆਪਣੇ ਵਸ ਵਿੱਚ ਬੀਰ ਕੀਤੇ ਨੇ, ਪੁੱਠਾ ਮਾਰ ਦਿੰਦਾ ਹੈ ਪਲੰਘ, ਫਿਰ ਹੱਸਦਾ ਹੈ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਕਹਿਣਗੇ ਅਸੀਂ ਉਹਦੇ ਕੋਲ ਹੀ ਜਾ ਰਹੇ ਹਾਂ, ਉਹਦੇ ਕੋਲ ਹੀ ਸੇਵਾ ਲੈਣੀ। ਮਹਾਰਾਜ ਨੂੰ ਸਮਝਾ ਕੇ ਜ਼ਰੂਰ ਆਇਓ। ਮਹਾਰਾਜ ਕਹਿੰਦੇ ਕੋਈ ਨਹੀਂ, ਅਸੀਂ ਉਹਦੇ ਕੋਲ ਜਾਣਾ। ਜਦੋਂ ਗਏ ਉੱਥੇ ਪਲੰਘ ਤੇ ਜਾ ਕੇ ਬਹਿ ਗਏ ਮਹਾਰਾਜ। ਇਹ ਪਲੰਘ ਤੇ ਨਹੀਂ ਸੀ ਮਾਧੋ ਦਾਸ ਬਰਾਗੀ। ਬਾਬਾ ਬੰਦਾ ਸਿੰਘ ਬਹਾਦਰ ਦਾ ਸਭ ਤੋਂ ਪਹਿਲਾ ਨਾਂ ਲਛਮਣ ਦਾਸ, ਕੱਲ ਕਿਹਾ ਸੀ ਨਾ ਸਾਰੇ ਦੱਸਾਂਗੇ ਨਾਂ, 3 ਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ। ਪਹਿਲਾ ਨਾਂ ਲਛਮਣ ਦਾਸ। ਸ਼ਾਸਤਰ ਵਿਦਿਆ ਬਚਪਨ 'ਚ ਵੀ ਜਾਣਦੇ ਸੀ। ਰਾਜਪੂਤ ਘਰਾਣੇ ਦੇ ਪੁੰਛ ਦੇ ਰਹਿਣ ਵਾਲੇ, ਪੁੰਛ ਰਾਜਪੂਤ ਘਰਾਣੇ ਦੇ ਸੀ, ਸ਼ਾਸਤਰ ਵਿਦਿਆ ਜਾਣਦੇ ਸੀ। ਹਿਰਨ ਤੇ ਬਚਪਨ ਵਿੱਚ ਵਾਰ ਕੀਤਾ। ਜਦੋਂ ਵਾਰ ਕੀਤਾ, ਹਿਰਨ ਦੇ ਪੇਟ 'ਚ ਤੀਰ ਲੱਗਾ, ਮਰ ਗਏ। ਕੋਲ ਜਾ ਕੇ ਦੇਖਿਆ ਗਰਭ 'ਚ ਬੱਚੇ ਨੇ, ਉਹ ਵੀ ਤੜਫ ਤੜਫ ਕੇ ਮਰ ਗਏ। ਐਸਾ ਅਸਰ ਹੋਇਆ, ਐਸਾ ਠੇਸ ਪਹੁੰਚੀ ਮਨ ਨੂੰ, ਮਨਾ ਤੂੰ ਇਹ ਕੀ ਕਰਨਾ? ਬੰਦਾ ਹੋ ਕੇ ਜੀਵ ਹੱਤਿਆ, ਤੇ ਅਸੀਂ ਜ਼ੁਬਾਨ ਦੀ ਸਵਾਦ ਵਾਸਤੇ ਖਾਈ ਜਾਂਦੇ ਹਾਂ, ਜੀਵ ਹੱਤਿਆ ਕਰੀ ਜਾਂਦੇ। ਗੁਰੂ ਕੇ ਸਿੱਖ ਹਾਂ ਜੀ ਅਸੀਂ, ਇਤਿਹਾਸ ਵੀ ਸੁਣ ਲਿਆ ਕਰੋ। ਫਿਰ ਐਸਾ ਮਨ ਤੇ ਅਸਰ ਹੋਇਆ, ਜੀਵ ਹੱਤਿਆ ਹੋ ਗਈ। ਆਪਣੇ ਤੀਰ ਤੋੜੇ, ਉਹਨੇ ਕਮਾਨ ਸੱਟ ਦਿੱਤੀ ਤੇ ਜੰਗਲ ਵੱਲ ਨੂੰ, ਇੱਧਰ ਨੰਦੇੜ ਨੂੰ ਆ ਗਿਆ। ਫਿਰ ਇੱਥੇ ਭਗਤੀ ਕਰਨ ਲੱਗ ਗਿਆ, ਨਾਮ ਜਪਣ ਲੱਗ ਗਿਆ, ਜੰਤਰ ਮੰਤਰ ਤੰਤਰ ਸਾਰੇ ਕੀਤੇ, ਰਿੱਧੀਆਂ ਸਿੱਧੀਆਂ ਬਰਕਤਾਂ ਵੀਰ ਵਸ ਕਰ ਲਏ। ਤੇ ਉਹ ਆਪਣਾ ਜਮਾਇਸ਼ ਕਰਨ ਲੱਗ ਗਿਆ, ਮਜ਼ਾਕ ਉਡਾਉਣ ਲੱਗ ਗਿਆ। ਆਪਣੀ ਜਿਹੜੀ ਤੰਤਰ ਮੰਤਰ ਵਿਦਿਆ ਵਰਤਦਾ ਲੋਕਾਂ ਤੇ। ਇਹਨੂੰ ਪਤਾ ਲੱਗਾ ਕਿ ਕੋਈ ਆਇਆ ਮੇਰੇ ਸਥਾਨ ਤੇ। ਇਹਦੇ ਸੇਵਕਾਂ ਨੇ ਜਾ ਕੇ ਦੱਸਿਆ ਤੁਹਾਡੇ ਪਲੰਘ ਤੇ ਵੀ ਬਹਿ ਗਿਆ, ਕਿਸੇ ਦੀ ਜ਼ਰੂਰਤ ਨਹੀਂ ਹੋਈ ਅੱਜ ਤੱਕ ਤੁਹਾਡੇ ਪਲੰਘ ਤੇ ਬਹਿਣ ਦੀ, ਉਹ ਤੁਹਾਡੇ ਪਲੰਘ ਤੇ ਵੀ ਬਹਿ ਗਿਆ। ਸਾਨੂੰ ਹੁਕਮ ਦਿਓ, ਅਸੀਂ ਉਹਨੂੰ ਸਮਝਾ ਕੇ ਆਉਂਦੇ ਹਾਂ। ਕਹਿਣ ਤੋਂ ਭਾਵ ਅਸੀਂ ਦੱਸਦੇ ਹਾਂ ਉਹਨੂੰ, ਉਹਦੇ ਸੇਵਾਦਾਰ ਕਹਿੰਦੇ ਮਾਧੋ ਦਾਸ ਬਰਾਗੀ ਦੀ। ਉਹ ਕਹਿੰਦੇ ਤੁਸੀਂ ਰਹਿਣ ਦਿਓ, ਮੈਂ ਹੀ ਇੱਥੇ ਬੈਠਾ ਹੀ ਕਰ ਦਿੰਦਾ। ਵੀਰਵਾਸੀ ਨਾ ਵੀਰ ਛੱਡੇ ਉਹਨੇ। ਵੀਰ ਐਵੇਂ ਦੇ ਹੁੰਦੇ ਨੇ ਸਾਧ ਸੰਗਤ ਜੀ, ਜਿਵੇਂ ਪਿੱਪਲ ਬੋੜ ਹੋਵੇ, ਇਹਨੂੰ ਵੀ ਪੁੱਟ ਸਕਦੇ ਨੇ, ਇੰਨਾ ਬਲ ਹੁੰਦਾ ਉਹਨਾਂ ਵਿੱਚ। 52 ਵੀਰ ਹੋਏ ਨੇ, ਬੋੜ ਨੂੰ ਪਿੱਪਲ ਵਗੈਰਾ ਨੂੰ ਪੁੱਟ ਸਕਦੇ ਨੇ, ਜਿੰਨੇ ਬਲੀ ਹੁੰਦੇ ਨੇ। ਪਰ ਗੁਰਬਾਣੀ ਤੋਂ ਸਾਰੇ ਡਰਦੇ ਨੇ। ਵੀ ਤੁਹਾਨੂੰ ਬੇਨਤੀ ਜੀ, ਗੁਰਬਾਣੀ ਐਸੀ ਮਹਾਂ ਸ਼ਕਤੀ ਹੈ, ਉਹ ਤਾਂ ਅਸੀਂ ਭੁੱਲੇ ਹੋਏ ਨਾ। ਇਸ ਕਰਕੇ ਉਹਨੇ ਵੀਰ ਛੱਡੇ। ਜਦੋਂ ਵੀਰ ਛੱਡੇ, ਮਹਾਰਾਜ ਦਾ ਕੀ ਵਿਗਾੜਨਾ? ਇੱਕ ਸੂਰਜ ਹੈ, ਇੱਕ ਦੀਵਾ ਹੈ। ਦੀਵਾ ਕਵੇ ਮੇਰੀ ਲਾਈਟ ਜ਼ਿਆਦੀ ਹੈ, ਤੇ ਸੂਰਜ ਦੀ ਘੱਟ ਹੈ, ਮੈਂ ਸੂਰਜ ਨੂੰ ਦਮਕ ਪਾ ਦਾਂਗਾ, ਮਾਤ ਪਾ ਦਾਂਗਾ। ਇਹ ਤੋਂ ਦੀ ਭੁੱਲ ਹੈ ਨਾ, ਬੇਸਮਝੀ ਮੂਰਖ ਹੈ। ਇੱਕ ਮੜੇ ਮੋਟੇ ਜਿਹੇ ਸਥਾਨ ਬਣੇ ਨੇ, ਆਹ ਮਿਲ ਜਾਏਗਾ ਜੀ, ਉਹ ਮਿਲ ਜਾਏਗਾ। ਦੀਵੇ ਦੇ ਸਮਾਨ ਨੇ, ਕੁਛ ਨਹੀਂ ਮਿਲਣਾ। ਸੂਰਜ ਸਮਾਨ ਹੈ ਸਾਡਾ ਗੁਰੂ, ਜਿਹਦੀ ਕੋਈ ਸ਼ਕਤੀ ਦਾ ਅਨੁਮਾਨ ਹੀ ਨਹੀਂ ਹੈ, ਕੋਈ ਪਤਾ ਨਹੀਂ। ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ, ਜਿਹਦੇ ਘਰ ਵਿੱਚ ਕੋਈ ਤੋੜਾ ਨਹੀਂ ਹੈ। ਜਿਹੜੇ ਘਰ ਤੇ ਭਰੋਸਾ ਰੱਖਦੇ ਨੇ, ਝੋਲੀਆਂ ਭਰ ਲੈਂਦੇ ਨੇ। ਫਿਰਨ ਵਾਲੇ ਨੂੰ ਕੁਛ ਨਹੀਂ ਮਿਲਦਾ, ਖੁਆਰ ਹੀ ਹੁੰਦੇ ਰਹਿੰਦੇ ਨੇ, ਇੱਥੇ ਵੀ ਤੇ ਅੱਗੇ ਵੀ। ਕੀ ਵਿਗਾੜਨਾ ਸੀ ਮਹਾਰਾਜ ਦਾ? ਮਹਾਰਾਜ ਦਾ ਸੁਪਰੀਮ ਪਾਵਰ, ਪਰਮੇਸ਼ਰ ਦਾ ਅਵਤਾਰ ਸੀ, ਆਪ ਰੱਬ ਸੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ। ਜਦੋਂ ਦੇਖਿਆ ਹੈ ਇਹ ਕੌਣ ਹੈ ਜਿਹੜੇ ਮੇਰੇ ਵੀਰਾਂ ਨੂੰ ਵੀ ਠੁਕਰਾ ਸਕਦਾ, ਇਹਨਾਂ ਨੂੰ ਵੀ ਮਾਤ ਪਾ ਸਕਦਾ,
इन्हों भी मूँह दियां खाणियां पईयां ने। कौन हो सकता है ऐसा? अगे के आप पिछे पिछे आउंदे मरीद। जदों देखिया महाराज नूं आके ऐसा नूरानी चेहरा, ऐसा महाराज चेहरे ते नूर है। साध संगत जी सिर झुक गया महाराज दे अगे, जिहड़ा किसी अगे नहीं झुकदा। सिर झुक गया महाराज दे अगे। सच्चे पातशाह महाराज कह लेंगे तू कौन है? याद आया भी तो गुरु कलगीधर पातशाह महाराज, आप परमेश्वर अवतार। खालसे तो भी भावें पता लगा भी आप निरंकार सतगुरु कलगीधर पातशाह। कहंदा महाराज तुहाडा बंदा। महाराज कहंदे जे बंदा साडा फिर बंदियां वाले काम करे, बंदियां वाले काम करदा है। जादू टूणे तंत्र मंत्र धागे तवीत ये बंदियां दे काम नहीं हैं। जादू करने, टूणे करने, टामण करने, धागे तवीत करने, ये कोई बंदियां दे काम नहीं हैं। ये छड्ड दे तू, ये जिहड़े धागे तवीत करदा है, जंतर मंत्र करदा है। महाराज सच्चे पातशाह मेरा मन बड़ा उपराम होया, दुखी होया। क्यों दुखी होया? तुहाडे सिंघां ने जिन्ने बकरे सी सारे झटकाते। दुखी होया, बकरियां नूं झटकाया, दुखी होया। वो वेख पंजाब वाल जाके अबला नारी दियां इज्जतां लुटियां जा रही ने, कुछ तो खून कीते जा रहे ने, घर बेघर कीते जा रहे ने, छोटे छोटे मासूम बच्चों के कतल किए जा रहे हैं। छोटे छोटे बच्चों को को के मारिया जाता है। 7-9 साल की उम्र के बच्चों को पुट्ठे खूह में लटकाया जाता है। उन्होंने नौं खिंचिया जाता है। उन्होंने अखां च गलेले मारे जाते हैं। उन्होंने नीहां विच खड़ के शहीद किया जाता है। उदों दुख ना होया तैनूं? पता लगा गुरु कलगीधर पातशाह महाराज दे साहिबजादियां ते ऐसे तसीहे दिते गए। जदों पता लगा सच्चा पातशाह हुण फिर मैनू कृपा करो, मेरे ते अपना बनाओ मैनू। साध संगत जी गुरु कलगीधर पातशाह ने फिर इनू खंडे बट दा अंमृत छकाया। हजूर साहब अज भी कोई अंमृत छके ना रखा जाता है दोबारे, कोई भी छके। महाराज कहते ना अंमृत आप छकाया। कहते गुरु कलगीधर पातशाह ने प्यारे दया सिंह 5 प्यारिਆਂ ਨੂੰ छकाया सी आप। फिर जां पर बाबा बंदा सिंह बहादुर ਨੂੰ अपने हत्थी खंडे बाटे का अंमृत तैयार करके आप छकाया सी। ते आप अंमृत छका के कहते ना गुरबख्श सिंह, पहला लक्ष्मण दास, दूजा मालदास बैरागी, तीजा लक्ष्मण, तीजा गुरबख्श सिंह, ते खिताब दिता बंदा सिंह बहादुर। ये खिताब दिता महाराज ने, बंदा सिंह बहादुर। ऐसी बहादरी दी भरती महाराज ने। फिर उन्होंने कोई नवा ना सकिया, नवा नहीं सकिया। कई इतिहासकार कहते महाराज शास्त्र विद्या च होर निपुण किया। जंग युद्धां दे जिहड़े गुण हुंदे ने वो भी दसे महाराज ने। कमांड अपने हत्थ च रखनी है। सत बचन महाराज नाल 5 सिंह भी भेजे महाराज ने। बाबा विनोद सिंह, बाबा कान सिंह, ये इत्यादि 5 सिंह नाल ते 5 तीर अपने पत्थे तो दिते महाराज ने कढ़ के। जदों तेरे ते इन्ना अतां दा वाधा हो जे, बहुत घेरा पै जे, एक तीर कढ़ ली, याद कर ली सानू, भावें लखां भी होएगी, ढह ढेरी हो जाएगी। ये होया है जदों छड्डदे सी फिर लखां ही धरती ते विछा दिंदे सी। एडे महाराज सच्चे पातशाह गुरु कलगीधर पातशाह सूरबीर योधे
ਤੇ ਸ਼ਕਤੀਆਂ ਦੇ ਮਾਲਕ ਵੀ ਸੀ ਮਹਾਰਾਜ। ਤੇ ਮਹਾਰਾਜ ਦਾ ਥਾਪਣਾ ਲੈ ਕੇ ਇੱਧਰ ਨੂੰ ਤੁਰਿਆ। ਮਹਾਰਾਜ ਨੇ ਦੱਸਿਆ ਪਹਿਲਾਂ ਸਾਡੇ ਪੁੱਤਰਾਂ ਦੀ ਨਹੀਂ ਗੱਲ, ਪੀਰ ਜੀ ਦੇ ਪੁੱਤਰ ਹੋਏ ਨੇ। ਪੀਰ ਬੁੱਧੂ ਸ਼ਾਹ, ਜਿਹੜਾ ਸਾਡੇ ਵਾਸਤੇ ਸਾਰਾ ਜੀਵਨ ਸਮਰਪਿਤ ਕਰ ਸਕਦਾ ਹੈ, ਆਪਣਾ ਸਭ ਕੁਝ ਨਿਸ਼ਾਵਰ ਕਰ ਸਕਦਾ ਹੈ, ਉਹ ਪੀਰ ਬੁੱਧੂ ਸ਼ਾਹ ਦੀ ਗੱਲ ਕੀਤੀ। ਸੰਢੌਰੇ ਵਾਲਾ ਪੀਰ, ਜਿਹਨੇ ਸਾਡੇ ਵਾਸਤੇ ਆਪਣੇ 2 ਜਿਗਰ ਦੇ ਟੋਟੇ ਵਾਰਤੇ ਸੀ, ਸੱਕੇ ਭਰਾ ਸ਼ਹੀਦ ਕਰਾਤੇ ਸੀ। ਪਹਿਲਾਂ ਉਹਦੇ ਨਾਲ ਜਿਹੜਾ ਧੱਕਾ ਹੋਇਆ, ਕਿਉਂਕਿ ਬਾਅਦ ਵਿੱਚ ਪੀਰ ਬੁੱਧੂ ਸ਼ਾਹ ਨੂੰ ਧਰਤੀ 'ਚ ਖੜਾ ਕੇ ਰੋੜੇ ਮਾਰ ਮਾਰ ਕੇ ਤਸੀਹੇ ਦਿੱਤੇ ਗਏ। ਜਿਹੜੇ ਸੱਚ ਤੇ ਮਾਰਗ ਤੇ ਚੱਲਦੇ ਨੇ ਉਹਨਾਂ ਤੇ ਐਵੇਂ ਦੇ ਉਤਰਾਅ ਚੜਾਅ ਆਉਂਦੇ ਰਹਿੰਦੇ ਨੇ, ਕਿਉਂਕਿ ਦੁਨੀਆ ਝੂਠਿਆਂ ਨੂੰ ਪੂਜਦੀ ਹੈ, ਪ੍ਰਸ਼ੰਸਾ ਕਰਦੀ ਹੈ। ਇਸ ਕਰਕੇ ਪਹਿਲਾਂ ਸੰਢੌਰੇ ਜਾ ਕੇ ਖੰਡਾ ਖੜਕਾਇਆ। ਜਦੋਂ ਖੰਡਾ ਖੜਕਾਇਆ, ਬਲਵਾਨ ਬੜੇ ਸੀ ਬਾਬਾ ਬੰਦਾ ਸਿੰਘ ਬਹਾਦਰ, ਤੁਸੀਂ ਦੇਖਿਓ ਉਹਨਾਂ ਦੀਆਂ ਤਸਵੀਰਾਂ। ਬੜੇ ਯੋਧੇ ਸੀ, ਬੜੇ ਬਲਵਾਨ ਸੀ ਬਾਬਾ ਬੰਦਾ ਸਿੰਘ ਬਹਾਦਰ। ਇੱਕ ਵਾਰੀ ਵਾਰ ਕਰਦੇ ਸੀ, ਕਈਆਂ ਦੇ ਆਹੂ ਲਾ ਦਿੰਦੇ ਸੀ। ਜਦੋਂ ਇੱਥੇ ਜਿਨ੍ਹਾਂ ਨੇ ਪੀਰ ਤੇ ਵਾਅਦਾ ਕੀਤਾ ਸੀ, ਪੀਰ ਬੁੱਧੂ ਸ਼ਾਹ, ਕੋਹ ਕੇ ਮਾਰਿਆ ਉਹਨਾਂ ਨੂੰ, ਤੈਸ਼ ਨੈਸ਼ ਕਰਤਾ, ਸੰਢੌਰਾ ਢਾਤਾ ਸਾਰਾ। ਆਪਣੇ ਨੇੜੇ ਕੜਾਮ ਹੈ ਨਾ, ਜਿੰਨੀ ਮਰਜ਼ੀ ਵਾਦੀ ਹੋ ਜੇ ਉਜੜਿਆ ਜਿਹਾ ਲੱਗਦਾ ਜਦੋਂ ਹੁਣ ਵੀ ਜਾਓਗੇ ਤੁਸੀਂ। ਇਹ ਟਿੱਬੇ ਉਦੋਂ ਦੇ ਹੀ ਬਣੇ ਹੋਏ ਨੇ। ਖੰਡਾ ਚੱਲਿਆ ਇੱਥੇ ਆ ਕੇ ਬਾਬਾ ਬੰਦਾ ਸਿੰਘ ਬਹਾਦਰ ਦਾ, ਸੋਧੇ ਲਾਏ ਨੇ ਚੰਗੀ ਤਰ੍ਹਾਂ। ਫਿਰ ਇੱਥੋਂ ਦੇ ਵੀ ਸੀ ਮੁਸਲਮਾਨ ਜਿਹੜੇ ਵਾਅਦਾ ਕਰਦੇ ਸੀ, ਹਿੰਦੂ ਦੀਆਂ ਬਹੁ ਬੇਟੀਆਂ ਦੀ ਇੱਜ਼ਤ ਦੀ ਖਿਲਵਾੜ ਕਰਦੇ ਸੀ, ਬੜਾ ਕੁਛ ਕਰਦੇ ਸੀ, ਬੜਾ ਗਲਤ, ਬੜਾ ਕੁਛ ਲਿਖਿਆ ਗਿਆ ਇਤਿਹਾਸ ਵਿੱਚ। ਉਹ ਆਪਾਂ ਐਵੇਂ ਦੀਆਂ ਗੱਲਾਂ ਸੁਣਾ ਵੀ ਨਹੀਂ ਸਕਦੇ ਇਤਿਹਾਸ ਵਿੱਚ, ਸੰਗਤ ਦੇ ਵਿੱਚ। ਉਹਨਾਂ ਨੂੰ ਕੋਹ ਕੇ ਮਾਰਿਆ। ਸਮਾਣੇ ਜਾਓ, ਭਾਵੇਂ ਜਿੰਨਾ ਮਰਜ਼ੀ ਸ਼ਹਿਰ ਵਸ ਜੇ, ਪਰ ਉਜੜਿਆ ਜਿਹਾ ਲੱਗਦਾ, ਕਿਉਂਕਿ ਉੱਥੇ ਬਾਬਾ ਬੰਦਾ ਸਿੰਘ ਬਹਾਦਰ ਦਾ ਹੱਥ ਫਿਰਿਆ, ਖੰਡਾ ਫਿਰਿਆ, ਢਹਿ ਢੇਰੀ ਕੀਤਾ। ਬਾਬਾ ਬੰਦਾ ਸਿੰਘ ਬਹਾਦਰ ਦੇ ਅੱਖਾਂ ਦੇ ਸਾਹਮਣੇ ਜਿਹੜੇ ਖਾਲਸੇ ਨੇ ਦੱਸਿਆ ਸੀ, ਸੀਨ ਆਉਂਦੇ ਨੇ ਮੁੜ ਮੁੜ ਕੇ। 7-9 ਸਾਲ ਦੀ ਉਮਰ, ਅੱਖਾਂ ਭਰ ਲੈਂਦਾ ਹੈ। ਮੇਰੇ ਗੁਰੂ ਦੇ ਬੱਚਿਆਂ ਤੇ ਐਸਾ, ਓਏ ਅਸੀਂ ਤਾਂ ਸ਼ੌਂਕ ਨਾਲ ਸਿੱਖੀ ਨੂੰ ਤੋਂ ਦੂਰ ਜਾ ਰਹੇ ਹਾਂ, ਕੇਸ ਮਨਾ ਰਹੇ ਹਾਂ। ਇਹਦੇ ਸਾਹਿਬਜ਼ਾਦਿਆਂ ਨੂੰ ਯਾਦ ਕਰਕੇ ਅੱਖਾਂ ਭਰੀਆਂ ਨੇ ਸਾਡੀਆਂ। ਸਾਨੂੰ ਤਾਂ ਉਹਨਾਂ ਦਿਨਾਂ ਦੇ ਵਿੱਚ ਵੀ ਪਕੌੜੇ ਨਹੀਂ ਐਤਕੀ ਚਲਾਏ। ਜਿੱਦਣ ਘਰ 'ਚ ਵਰਤਿਆ ਨਾ ਭਾਣਾ, ਉਦਣ ਚਲਾਈ ਪਕੌੜੇ, ਤੈਨੂੰ ਫਿਰ ਪਤਾ ਲੱਗੇਗਾ ਚੱਲਦੇ ਕਿਵੇਂ ਹੁੰਦੇ ਨੇ ਪਕੌੜੇ। ਗੁਰੂ ਕਲਗੀਧਰ ਪਾਤਸ਼ਾਹ ਦੇ ਸਾਹਿਬਜ਼ਾਦੇ 7 ਤੇ 9 ਸਾਲ ਦੇ ਤੈਨੂੰ ਖਾਣੇ ਸੁਝਦੇ ਨੇ। ਬਾਣੀ ਤਾਂ ਕੀ ਪੜ੍ਹਨੀ ਹੈ, ਸਿਮਰਨ ਕੀ ਕਰਨਾ ਹੈ ਤੂੰ, ਗੁਰੂ ਵਾਲਾ ਕੀ ਬਣਨਾ, ਸ਼ੁਕਰਗੁਜ਼ਾਰ ਕੀ ਕਰਨਾ ਸਾਹਿਬਜ਼ਾਦਿਆਂ ਦਾ। ਐਸੀ ਮਾਇਆ ਨੂੰ ਸਾਂਭ ਕੇ ਰੱਖਿਆ ਕਰੋ, ਹੋਰ ਕਿਤੇ ਕੰਮ ਆ ਜਾਏ ਗਰੀਬਾਂ ਨੂੰ ਦੇ ਦਿਆ ਕਰੋ। ਇਸ ਕਰਕੇ ਸਾਧ ਸੰਗਤ ਜੀ, ਜਦੋਂ ਸਾਹਿਬਜ਼ਾਦਿਆਂ ਦੀ ਦਾਸਤਾਨ ਯਾਦ ਕਰਦੇ ਨੇ, ਅੱਖਾਂ ਭਰ ਆਉਂਦੀਆਂ ਨੇ। ਬਾਬਾ ਬੰਦਾ ਸਿੰਘ ਬਹਾਦਰ ਰਹਿ ਨਾ ਸਕੇ, ਫਿਰ ਇੱਧਰ ਦੀ ਸਰਹੰਦ ਦੀ ਤਿਆਰੀ ਕਰ ਲਈ ਬਾਬਾ ਬੰਦਾ ਸਿੰਘ ਬਹਾਦਰ ਨੇ। ਬੜੀ ਨਾਲ ਫੌਜ ਇਕੱਠੀ ਹੋ ਗਈ। ਵਜ਼ੀਰ ਖਾਨ ਨੂੰ ਪਤਾ ਲੱਗ ਗਿਆ ਵੀ ਜੇ ਵੱਡੀਆਂ ਵੱਡੀਆਂ ਮੁਗਲ ਸਰਕਾਰਾਂ ਨੂੰ ਢਹਿ ਢੇਰੀ ਕਰ ਸਕਦਾ ਹੈ, ਉਹ ਆਏਗਾ ਸਰਹੰਦ ਵੀ ਪੱਕਾ। ਜੇ ਸੰਢੌਰੇ, ਜੇ ਕੜਾਮ, ਜੇ ਸਮਾਣੇ, ਹੋਰ ਬੜੇ ਲਿਖੇ ਨੇ, ਜੇ ਵੱਡੇ ਵੱਡੇ ਮੇਰੇ ਨਾਲੋਂ ਵੱਡੇ ਵੱਡੇ ਜਿਹੜੇ ਸੂਬੇਦਾਰ, ਉਹਨਾਂ ਨੂੰ ਮਿੱਟੀ ਵਿੱਚ ਮਿਲਾ ਸਕਦਾ ਹੈ, ਫਿਰ ਆਏਗਾ ਜ਼ਰੂਰ ਇੱਥੇ ਵੀ। ਉਹਨੇ 10 ਕਿਲੋਮੀਟਰ ਪਹਿਲਾਂ ਹੀ, 10 ਮੀਲ ਪਹਿਲਾਂ ਹੀ ਅੱਗੇ ਜਾ ਕੇ ਪੈਰੇ ਲਾਤੇ। ਤੋਪਾਂ ਵੱਡੀਆਂ, ਵੱਡੇ ਵੱਡੇ ਸੂਰਬੀਰ ਜਰਨੈਲ ਆਪਣੀ ਰਕਸ਼ਾ ਵਾਸਤੇ ਵੀ ਮੇਰੇ ਤੱਕ ਨਾ ਪਹੁੰਚ ਸਕੇ, ਇਹਨੂੰ ਆਪਣਾ ਡਰ। ਕਹਿੰਦੇ ਬਾਬਾ ਬੰਦਾ ਸਿੰਘ ਬਹਾਦਰ ਦਾ ਐਸਾ ਸਾਧ ਸੰਗਤ ਜੀ ਨਾਂ ਸੀ, ਐਸੀ ਦਹਿਸ਼ਤ ਸੀ ਉਹਨਾਂ ਦੀ, ਕਹਿੰਦੇ ਉਹਨਾਂ ਦਾ ਨਾਂ ਸੁਣ ਕੇ ਵੈਰੀ ਕੰਬਦੇ ਸੀ। ਵੱਡੇ ਵੱਡੇ ਜ਼ਾਲਮ, ਵੱਡੇ ਵੱਡੇ ਮੁਗਲ
ਉਹਨਾਂ ਦਾ ਨਾਂ ਸੁਣ ਕੇ ਕੰਬਦੇ ਸੀ। ਕਹਿੰਦੇ ਇੱਕ ਦਿੱਲੀ ਦਾ ਹੋਇਆ, ਉਹਨੂੰ ਪਤਾ ਲੱਗਿਆ ਬਾਬਾ ਬੰਦਾ ਸਿੰਘ ਬਹਾਦਰ ਆ ਰਿਹਾ, ਐਡਾ ਵੱਡਾ ਹਾਕਮ, ਉਹ ਇਹ ਡਰ ਨਾਲ ਹੀ ਮਰ ਗਿਆ। ਬਾਬਾ ਬੰਦਾ ਸਿੰਘ ਬਹਾਦਰ ਆ ਰਿਹਾ, ਨਾਲ ਦੀ ਨਾਲ ਸਵਾਸ ਹੀ ਨਹੀਂ ਆਇਆ ਵਾਪਸ, ਉੱਥੇ ਹੀ ਮਰ ਗਿਆ। ਇੰਨਾ ਸੀ ਬੋਲਬਾਲਾ ਗੁਰੂ ਦੇ ਸਿੰਘਾਂ ਦਾ, ਤੇ ਆਪਾਂ ਐਵੇਂ ਡਰੀ ਡੁਰੀ ਜੰਨੇ। ਗੁਰੂ ਦਾ ਖਾਲਸਾ ਇੰਨਾ ਨਿਡਰ ਹੁੰਦਾ ਹੈ। ਅੱਜ ਵੀ ਗੁਰੂ ਮਹਾਰਾਜ ਦੀ ਤਾਕਤਵਰਦੀ ਜਿਹੜੀ ਬਾਣੀ ਨਾਲ ਜੁੜੇ ਰਹਿੰਦੇ ਨੇ, ਇਹਨਾਂ ਨੂੰ ਕਿਸੇ ਨੇ ਕੀ ਡਰਾਉਣਾ ਹੈ? ਇਹ ਤਾਂ ਬੇਖੌਫ ਨਿਰਭਉ ਅਵਸਥਾ ਹੁੰਦੀ ਇਹਨਾਂ ਦੀ, ਕੋਈ ਭਉ ਨਹੀਂ ਹੁੰਦਾ। ਜਿੱਧਰ ਬਾਬਾ ਬੰਦਾ ਸਿੰਘ ਬਹਾਦਰ ਜਾਂਦੇ ਨੇ ਫਤਿਹ, ਜਿੱਥੇ ਵੀ ਗਏ ਨੇ ਸਾਧ ਸੰਗਤ ਜੀ ਫਤਿਹ। ਮਲੀਆ ਮੇਟ ਕਰਤਾ ਮੁਸਲਮਾਨਾਂ ਦਾ, ਮੁਗਲੀਆ ਸਰਕਾਰ ਦਾ, ਤੇ ਫਤਿਹ। ਤੇ ਜਦੋਂ ਸਰਹੰਦ ਵੱਲ ਤਿਆਰੀ ਕੀਤੀ ਨਾ, ਵਜ਼ੀਰ ਖਾਨ ਨੂੰ ਬਹਿ ਗਈਆਂ ਫਿਰ ਭੱਜਣਾ। ਇਹਨੇ ਬਾਬਾ ਬੰਦਾ ਸਿੰਘ ਬਹਾਦਰ ਇੱਧਰ ਆ ਰਿਹਾ। ਵੱਡੇ ਜਿਹੜੇ ਸੈਨਾਪਤੀ ਸੀ, ਜਰਨੈਲ ਵੀ, ਉਹ ਵੀ ਕੰਬ ਜਾਂਦੇ ਸੀ ਨਾਂ ਸੁਣ ਕੇ, ਵੀ ਜੇ ਸਾਡੇ ਨਾਲ ਆਣਗੇ, ਲੋਹਾ ਲੈਣਗੇ, ਕੀ ਬਣੇਗਾ? ਅਸੀਂ ਕਿਵੇਂ ਟਾਕਰਾ ਕਰਾਂਗੇ ਉਹਦਾ? ਫਿਰ ਸਰਹੰਦ ਪਹੁੰਚੇ ਨੇ ਇੱਥੇ ਫਿਰ ਉਹ ਸਾਰੇ ਸਾਹਿਬਜ਼ਾਦਿਆਂ ਦੇ ਸੀਨ ਅੱਖਾਂ ਅੱਗੇ ਹੁੰਦੇ ਨੇ, ਜਿਹੜੇ ਦੱਸੇ ਖਾਲਸੇ ਨੇ। ਸਾਧ ਸੰਗਤ ਜੀ, ਕਈਆਂ ਨੂੰ ਅੱਜ ਵੀ ਬੜਾ ਪਿਆਰ ਹੈ ਜਦੋਂ ਜਾਂਦੇ ਨੇ। ਇਹ ਨਹੀਂ ਵੀ ਉਹਨਾਂ ਦਿਨਾਂ 'ਚ ਹੀ ਜਾਂਦੇ ਨੇ ਸਾਹਿਬਜ਼ਾਦੇ, ਜਦੋਂ ਅੱਜ ਵੀ ਜਾਂਦੇ ਨੇ ਅੱਖਾਂ ਭਰ ਲੈਂਦੇ ਨੇ ਨੀਹਾਂ 'ਚ ਜਾ ਕੇ। ਸੰਤ ਜੀ ਮਹਾਰਾਜ ਸੰਤ ਬਾਬਾ ਈਸ਼ਰ ਸਿੰਘ ਜਦੋਂ ਇਹ ਸੜਕ ਤੋਂ ਲੰਘਦੇ ਸੀ ਤੇ ਮਹਾਰਾਜ ਅੱਖਾਂ ਭਰ ਲੈਂਦੇ ਹੁੰਦੇ ਸੀ, ਬਾਬਾ ਈਸ਼ਰ ਸਿੰਘ ਜੀ। ਤੇ ਜਦੋਂ ਸਾਫ਼ ਕਰਦੇ ਬਾਬਾ ਮਹਿੰਦਰ ਸਿੰਘ ਜੀ ਪੁੱਛਦੇ ਸੀ, ਮਹਾਰਾਜ ਕੀ ਗੱਲ? ਕਹਿੰਦੇ ਇੱਥੇ ਮੇਰੇ ਗੁਰੂ ਦੇ ਸਾਹਿਬਜ਼ਾਦਿਆਂ ਨੂੰ ਕੋਹ ਕੇ ਸ਼ਹੀਦ ਕੀਤਾ। ਇੰਨਾ ਪਿਆਰ ਸਿੱਖੀ ਨਾਲ। ਸਿੱਖੋ, ਤੁਹਾਨੂੰ ਕੀ ਮਿੱਠੇ ਖਾਣੇ, ਪ੍ਰਸ਼ਾਦ ਖਾਣੇ ਸੋ ਦਿਨ ਦਿਨ, ਫਲਾਣਾ ਬਣਾ ਲਓ ਜੀ, ਢਿਮਕਾ ਬਣਾ ਲਓ ਜੀ। ਕੈਸਾ ਜੀਵਨ ਖਾਲਸੇ ਦਾ ਹੋ ਚੁੱਕਾ ਹੈ। ਉਹਨਾਂ ਦਿਨਾਂ ਦੇ ਸੋਗ ਦੇ ਦਿਨ ਹੁੰਦੇ ਨੇ ਸਾਹਿਬਜ਼ਾਦੇ। ਕਹਿੰਦੇ ਮਹਾਂਪੁਰਸ਼ ਵੀ ਅੱਖਾਂ ਭਰ ਲੈਂਦੇ ਹੁੰਦੇ ਸੀ। ਬਾਬਾ ਬੰਦਾ ਸਿੰਘ ਬਹਾਦਰ ਫਿਰ ਕਿਵੇਂ? ਜਦੋਂ ਸਾਹਿਬਜ਼ਾਦੇ ਦੀ ਦਾਸਤਾਨ ਸੁਣੀ ਹੋਵੇ, ਉਹਨਾਂ ਦੇ ਮਨ ਨੂੰ ਵੀ ਬੜਾ ਦੁੱਖ ਹੋਇਆ ਸੀ। ਜਦੋਂ ਪਹੁੰਚੇ ਇੱਥੇ ਬੜਾ ਟਾਕਰਾ ਕੀਤਾ, ਭਾਵੇਂ ਬੜੀ ਕੋਸ਼ਿਸ਼ ਕੀਤੀ ਵਜ਼ੀਰ ਖਾਨ ਨੇ, ਵੱਡੇ ਸੈਨਾਪਤੀ ਜਰਨੈਲ ਲਾਏ, ਲੱਖਾਂ ਫੌਜ ਕਹਿੰਦੇ ਨੇ ਇੱਥੇ ਲਾਈ ਸੀ, ਤੇ ਭਾਵੇਂ ਹਜ਼ਾਰਾਂ ਨਾਲ ਹੀ ਸੀ ਬਾਬਾ ਬੰਦਾ ਸਿੰਘ ਬਹਾਦਰ, ਮਸੀਹ ਹਜ਼ਾਰਾਂ ਨਾਲ। ਉਹ ਲੱਖਾਂ ਨਾਲ ਵੀ ਉਹਨਾਂ ਨੂੰ ਮੂੰਹ ਦੀਆਂ ਖਾਣੀਆਂ ਪਈਆਂ, ਹਾਰ ਉਹਨਾਂ ਦੀ ਹੋਈ। ਬੜਾ ਘਮਸਾਨ ਦਾ ਯੁੱਧ ਹੋਇਆ। ਜਦੋਂ ਯੁੱਧ ਕਰਦੇ ਵੱਡੇ ਜਰਨੈਲ ਮਾਰੇ ਗਏ, ਪਿੱਛੇ ਵਜ਼ੀਰ ਖਾਂ ਹਾਥੀ ਤੇ ਬੈਠਾ ਸੀ, ਹਾਥੀ ਦੇ ਉੱਤੇ। ਲੜੋ ਖਤਮ ਕਰ ਦਿਓ ਖਾਲਸੇ ਨੂੰ। ਇਹ ਤਾਂ ਜਦੋਂ ਵੀ ਸਰਕਾਰਾਂ ਆਈਆਂ ਨੇ ਨਾ, ਕੋਈ ਵੀ ਸਰਕਾਰ ਖਾਲਸੇ ਨੂੰ ਵਧਾਉਣ ਵਿੱਚ ਨਹੀਂ, ਖਤਮ ਕਰਨ ਵਿੱਚ ਹੀ ਜ਼ੋਰ ਲਾਇਆ, ਪਰ ਆਪਣਾ ਆਪ ਮਟਾ ਲਿਆ ਸਰਕਾਰਾਂ ਨੇ। ਆਪਾਂ ਕਹਿੰਦੇ ਫਲਾਣੇ ਸੋਚਦੇ ਨੇ ਸਿੱਖਾਂ ਦਾ, ਫਲਾਣਾ ਕੀ ਸੋਚਦੇ ਨੇ? ਅੱਜ ਵੀ ਨਹੀਂ ਕੋਈ ਸੋਚਦਾ, ਕਿਤੇ ਤੁਸੀਂ ਸੋਚਦੇ ਹੋ। ਇਹ ਤਾਂ ਪੜਦੇ ਹੀ ਪਏ ਹੋਏ ਨੇ, ਜ਼ੋਰ ਲਾਇਆ ਹੋਇਆ ਸਿੱਖਾਂ ਨੂੰ ਥੱਲੇ ਦਬਾਉਣ ਵਾਸਤੇ। ਪਰ ਕਲਗੀ ਵਾਲਾ ਪਾਤਸ਼ਾਹ ਦਾ, ਬਾਜਾਂ ਵਾਲੇ ਪਾਤਸ਼ਾਹ ਦਾ ਸਿਰ ਤੇ ਹੱਥ ਹੈ। ਦਿਨ ਪਰ ਦਿਨ ਚੜ੍ਹਦੀ ਕਲਾ 'ਚ ਜਾ ਰਿਹਾ ਖਾਲਸਾ। ਕਹਿੰਦੇ ਜਦੋਂ ਉਹਨੇ ਦੇਖਿਆ ਨੇ ਵੀ ਨੇੜੇ ਆ ਗਏ ਨੇ, ਉਹਨੇ ਹੱਥ ਹੀ ਮੋੜ ਲਿਆ ਆਪਣਾ ਪਿੱਛੇ। ਵਜ਼ੀਰ ਖਾਨ ਨੇ, ਸੂਬਾ ਸਰਹੰਦ ਵਜ਼ੀਰ, ਹਾਥੀ ਪਿੱਛੇ ਮੋੜ ਲਿਆ, ਮੋੜੋ ਪਿੱਛੇ। ਖਾਲਸਾ ਕਹਿੰਦਾ ਜਾਂਦਾ ਕਿੱਧਰ ਹੈ? ਬਾਬਾ ਬੰਦਾ ਸਿੰਘ ਬਹਾਦਰ ਵੀ ਆ ਗਏ। ਫਿਰ ਜਦੋਂ ਬਖਸ਼ਿਆ ਨਾ ਤੀਰ, ਇੱਕ ਮੁੱਦੇ ਮਰਨੇ, ਮੂੰਹ ਪਰਨੇ ਡਿੱਗਦਾ ਥੱਲੇ। ਕਹਿੰਦੇ ਐਸੀ ਦਰਦਨਾਕ ਮੌਤ ਦੇਵਾਂਗੇ ਜਿਹੜੀ ਮੌਤ ਨੂੰ ਯਾਦ ਕਰਕੇ ਹੋਰ ਮੁਗਲ ਵੀ ਕੰਬਿਆ ਕਰਨਗੇ, ਵੀ ਬਾਬਾ ਬੰਦਾ ਸਿੰਘ ਨੇ ਐਸੀ ਮੌਤ ਦਿੱਤੀ ਉਹਨੂੰ ਪਹਿਲਾਂ ਪਿੱਛੇ ਪਾਇਆ ਗਿਆ, ਘਸੀਟਿਆ ਗਿਆ ਫੁੱਲ, ਸਾਰਾ ਜ਼ਖਮੀ ਕਰਤਾ, ਛਿੱਲ ਦਿੱਤਾ ਉਹਨੂੰ ਸਾਰਾ। ਮੌਤ ਮੰਗਦਾ, ਮੌਤ ਨਹੀਂ।
फिर जिमें गुरु के लाल वड्डे साहिबजादे जिमें हाथी ते चढ़ के गढ़ी साहब उत्ते हाथियों के पैर रखाउंदा सी ना महाराज दे साहिबजादियां दे, हालत उही हुई। फिर पहला इनू को के तसीहे दो, घसीटो इनू, उस तो बाद फिर इंदे उत्ते हाथी चढ़ाओ। वही हाथी का वड्डा पैर उनके उत्ते वजीर खान धरती दे नाल ला दिता वजीर खान। फिर इत्थे बाज संघ नूं सूबा जिहड़ा सरहंद दा मालक बनाया बाबा बाज सिंह नूं। होर भी नाम मुसलमान वीर उन्होंने भी नाल, सारे माड़े थोड़ा सी, महाराज दे नाल बड़े सी। जिहड़े माड़े सी जिन्हां ने धक्का कीता जुल्म कीता उन्हां दा ही खात्मा कीता। गुरु कलगीधर पातशाह ने कहा सी मलेरकोटले नहीं जाना। मलेरकोटले दा जिहड़ा मुहम्मद है ना, शेर मुहम्मद मलेरकोटिया, उधर नहीं कुछ करना। मार कहते उन्हें साडे साहिबजादियां वास्ते भावें कुछ नहीं किया, पर हाँ का नारा मारिया सी। हाँ का नारा भी तुसी गलत कर रहे हो, मासूम बच्चे ने, ये ना करो तुसी। ते सुच्चा आनंद उदों बोलिया सी, छड्डना नहीं चाहिए इवें दे बच्चों नूं। सप दे बच्चे सप होया करदे ने, पोली हुंदे ने। सुच्चे नंद दी आ गई वारी, मार मार के कुट कुट के बाबा बंदा सिंह बहादुर ने कहते धरती च गड्ड दो इनू अद्धा, कुत्ते छड्ड दो उत्ते। नोच नोच के कुत्तियां तो तुड़वाता सुच्चा आनंद। ऐसी दर्दनाक मौत दी जिन्हों ने साहिबजादियां दे प्रति शब्द एवें बोले। हाल यही होना है, भावें पिछला इतिहास पढ़ लो भावें हुण पढ़ लो। जिन्हें भी गुरु घर ते वादा किया है उनका रहा नहीं, कख भी नहीं दुनिया ते रहा, नामो निशान मुट गया। भावें वो सरकार भी होवे, भावें जिन्हें भी गुरु कलगीधर पातशाह दे घर ते गुरु घर ते वादा किया है उनका खुरा ख्योर मिटदा खालसे ने। नाले आ धरती हिंदुस्तान की कादी उजड़िया की धरती सी। ये तां इत्थे तां 20,000 25,000 लड़की टके टके दे भाव वेचते होंदे सी बाजारां जाके। अज हिंदुस्तानी बनी फिरदे ने मालक, पर इनू वसाया तां गुरु कलगीधर पातशाह दे खालसे ने है। ऐसा खालसा सजाया झाक के नहीं मगरों वेख्या, इधर चढ़ के नहीं आए, डरदे सी। फिर जिहड़ा गंगू बामण जिहड़ा सोईया रहा, जिन्हें तलाह दी सी जाके छोटे साहिबजादियां दी, उन्होंने नंबर लगना सी ना। फिर पहुंच गए। फिर इत्थे भी जदों पहुंचे इत्थे इनू भी बड़ी भैड़ी दर्दनाक मौत। ते कहंदे सारा पिंड उत्थे पिंड दे बजुर्गों का कहना भी सारा खत्म करता सी बाबा बंदा सिंह मान। इन्ना रोस सी अंदर साहिबजादियां दा भी ये हरामी ने, ये पापी ने पाप कमाया सी। साहिबजादे छोटियां दी दित्ती सी खबर माता गुजर कौर दी, सारा नगर ही मलिया मेट करता सी। बाबा बंदा सिंह बहादुर ऐसे सूरबीर योधे। खैर साध संगी बड़े जंग कीते, दुश्मन दी फौजां दा खात्मा कीता, वड्डे वड्डे जरनैलां नूं मिट्टी च मिलाता। उत्थे फिर गुरु नानक दे नां दे गुरु गोबिंद सिंह महाराज दे नां दियां मोहरां चलाइयां, सिक्के चलाए, जिन्हां सिक्कियां ते लिखिया हुंदा सी देग तेग फतेह ओ नुसरत बेदरंग ते दा आफत हज़रत नानक गुरु गोबिंद सिंह। ये सिक्कियां ते लिखा गया। सिक्के भी चलाते सी। राज स्थापित किया खालसे दा राज बाबा बंदा सिंह बहादुर। खालसी निशान केसरी निशान झूलदे। सुसा संजी अगे जाके फिर गुरदास नंगल वाली कच्ची गढ़ी विच जिहड़ी जिथे लास्ट लड़ाई हुई है बाबा बंदा सिंह बहादुर दी, इत्थे घेरा पा लिया सी उन्होंने। घेरा पा लिया, रस्ते बंद करते, रस्तबाणी सारा खत्म हो गया सी। इतिहासकारां ने कहा 7-8 महीने के लगभग समा घेरा पिया रहा सी। वो गुरदास
नंगल कच्ची गढ़ी विच इत्थे घेरा पै गया सी। भावें ਸਿੰਘਾਂ ने बड़ा टाकरा किया, शहीदियां पाईयां, पर इत्थे इन्हां ने चाल बड़ी भैड़ी चली। असी कुरान दी, असी गऊ दी सौं खांदे हां। बाबा बंदा सिंह बहादुर जी, तुहाडी वाह वल भी नहीं कोई वेख सकदा, पर एक बारी तुसीं गढ़ी छड्ड दो, जिथे मर्जी जाके रहो, कोई नहीं तुहाडे अल तकेगा। साडी भी रह जाएगी, इन्ने महीनों तो घेरा पिया, फतेह नहीं इन्हां दी होई, जित नहीं हुई। जिधर जाते बाबा बंदा सिंह बहादुर की फतेह हुंदी है, जित हुंदी है। तुहाडा तां नाम लै लै के कंबदे ने, ये चाल सी उन्हां दी। पर इत्थे फौज बड़ी आ चुकी सी, बड़ा घेरा, लखां दी फौज का घेरा पै। जदों उन्होंने सोहां कसमां खाधियां तो बाबा बंदा सिंह बहादुर गढ़ी तो बाहर निकले, जिहड़ी गुरदास नंगल वाली सी। सिंह फिर इत्थे इन्हां नूं घेरा पा के कैद किया गया सी, वड्डे लोहे दे पिंजरे विच बंद किया। जिन्ने सिख सी, सिंह सी, नाल बेड़ियां हथखड़ियां पाईयां गईयां। संत ਗਿਆਨੀ गुरबचन सिंह जी खालसा पिंडरा वाले पहली पोथी च लिखते ने, कहते 2000 ਸਿੰਘਾਂ ਦੇ सिर ला के अगे नेजां ते टंगे गए। 700 गड्ढा भरिया गया सिर ला ला के, ते 740 कैदी सी। अगे बाबा बंदा सिंह बहादुर नूं हाथी ते बिठाया गया, लोहे दे पिंजरे विच बंद कर, ते कोल नहीं कोई जांदा, डरदे ने, दूरों ही दूर ही रहिंदे ने वड्डे वड्डे सैनापति भी की पता पिंजरा तोड़ के ना निकल आवे बाहर। जे शेर बंद हुंदा ना, तुसीं किते गे जाओ छत बीड़ बनूड़ चिड़िया घर है, डबल पिंजरे च बंद हो ना, उत्थे कोल नहीं कोई जा सकदा। शहर शेर की इन्नी दहशत है, हुण गरजदा ना, अजे उन्होंने खुराक भी नहीं मिलती, जो गरजदा उत्थे वड्डे वड्डे डर जाते हैं। गुरु का खालसा ऐसा शेर सी बाबा बंदा सिंह बहादुर, बंद पिंजरे च भी भावें सी, पर वो फिर भी कंबदे सी भी किते पिंजरा तोड़ के ना आ जाए, एडे बली सी। खैर आपां समाप्ति करिए। कहंदे जदों इन्हों दिल्ली लै गए, इत्थे दिल्ली 100 सिंह रोज़ शहीद करते हैं, 100 सिंह रोज़ सिर लाउंदे ने, सामने तसीहे दिते जाते हैं बाबा बंदा सिंह बहादुर दे। दिल्ली दी लाल किला जिहड़ा दिल्ली दा कोठड़ी विच बंद किया गया, उत्थे ते नाले सामने तसीहे दिते गए भी ये डर जाणगे, मन जाणगे। एक दिन फर्कशीयर इहदे वल गया, कोठड़ी वल। बाणी दे भी बड़े जाप करते सी, बाबा बंदा सिंह बहादुर जाप कर रहे सी, उच्ची उच्ची लाप रहे सी बाणी दे जाप। इहदे नौकर ने कहा, एहलकार ने कहा फर्कशीयर दे ने अगे जा, सलाम आ रहे ने, सलामत कहो, सिर नवाओ। इहदे कलगीधर पातशाह दा साजा सिर है, इहदे विच अंबर दियां बूंदां दे छिट्टे पए ने। ये खालसे दा सिर किते नहीं झुकदा गुरु ग्रंथ साहिब मार तो बगैर। गुरु कलगियां वाले पातशाह अगे झुकदा है, किसे तुर्क अगे, किसे मुगल अगे नहीं झुकदा। एवें दे भावें जिन्ने मर्जी बादशाह जम जाण आ जाण, बड़ा क्रोधी होया, कमाल दी गल है, बड़ा डराया गया। उन्होंने कौन डरा सकता सी? बड़े लालच भी दिते गए, पर बाबा बंदा सिंह बहादुर नहीं मने। इत्थों तक उन्होंने 4 साल का पुत्र, कईयां ने वध भी लिखा है, 4 साल चां वध ला लो, उन्होंने छोटी उम्र का पुत्र सी, बचपन में ही। अजय सिंह, कईयां ने अजय पाल सिंह भी लिखे है इतिहास में, उन्होंने भी फड़िया गया सी। साध संगत जी, हुण बाबा बंदा सिंह बहादुर नूं शहीद किया जाना है। तसीहे दिते गए,
ਕਹਿੰਦੇ ਅਜੇ ਵੀ ਮੰਨ ਜਾ, ਕਲਮਾ ਪੜ੍ਹ ਕੇ ਮੁਸਲਮਾਨ ਬਣ ਜੇ ਤੈਨੂੰ ਛੱਡ ਦਿੱਤਾ ਜਾਵੇਗਾ, ਇੱਥੋਂ ਤੱਕ ਤੈਨੂੰ ਮਾਲਕ ਬਣਾ ਦਾਂਗੇ ਅਸੀਂ ਕਿਸੇ ਸੂਬੇ ਦਾ, ਕਲਮਾ ਪੜ੍ਹ ਲੈ ਮੁਸਲਮਾਨ ਬਣ ਜਾ। ਕਹਿੰਦੇ ਇਹ ਨਹੀਂ ਹੋ ਸਕਦਾ ਕਿ ਮੈਂ ਧਰਮ ਛੱਡ ਦਾਂ। ਕਹਿੰਦੇ ਫਿਰ ਕਿੱਥੇ ਤੇਰਾ ਗੁਰੂ, ਕਿੱਥੇ ਤੇਰੀ ਅੰਮ੍ਰਿਤ ਦੀ ਤਾਕਤ? ਕਹਿੰਦੇ ਅੰਮ੍ਰਿਤ ਦੀ ਤਾਕਤ ਤਾਂ ਉਵੇਂ ਹੈ, ਪਰ ਮੈਂ ਆਪਣੀ ਗਲਤੀ ਕਰਕੇ ਮਹਾਰਾਜ ਤੋਂ ਦੂਰ ਹੋ ਗਿਆ। ਜਿਹੜੀ ਮੇਰੇ 'ਚ ਪਾਵਰ ਮਾਰਨ ਨੇ ਭਰੀ ਸੀ, ਜਦੋਂ ਸਰਹੰਦ ਆਏ ਸੀ ਤਾਂ ਇੰਨੀ ਫੌਜ ਸੀ, ਬੜਾ ਘੇਰਾ ਪੈ ਗਿਆ ਸੀ। ਕਲਗੀਧਰ ਪਾਤਸ਼ਾਹ ਨੇ ਕਿਹਾ ਸਾਨੂੰ ਯਾਦ ਕਰਕੇ ਤੀਰ ਕੱਢ ਲਈ। ਤੀਰ ਕੱਢਿਆ ਸੀ, ਲੱਖਾਂ ਹੀ ਫੌਜ ਵਿਛਾਤੀ ਸੀ। ਕਹਿ ਲੰਗੇ ਕਿੱਥੇ ਤੇਰੀ ਅਜ਼ਮਤ, ਕਿੱਥੇ ਉਹ ਤੇਰੀ ਸ਼ਕਤੀ ਤਾਕਤ? ਕਹਿ ਲੰਗੇ ਉਹ ਗਲਤੀ ਮੇਰੀ ਹੈ, ਮੇਰੇ ਤੋਂ ਹੋਈ ਹੈ, ਤਾਂ ਕਰਕੇ ਤਾਂ ਤੁਸੀਂ ਮੈਨੂੰ ਬੰਦ ਕਰ ਲਿਆ। ਇਸ ਕਰਕੇ ਮੈਂ ਸਿੱਖੀ ਨਹੀਂ ਛੱਡਾਂਗਾ, ਧਰਮ ਨਹੀਂ ਛੱਡਾਂਗਾ, ਜੋ ਮਰਜ਼ੀ ਕਰ ਲਓ। ਕਹਿੰਦੇ ਪਹਿਲਾਂ ਸੱਜੀ ਅੱਖ ਕੱਢੀ ਗਈ, ਖੂਨ ਦਾ ਫੁਹਾਰਾ ਦਾੜੇ ਤੱਕ ਆਇਆ, ਲੱਥਪੱਥ ਹੋ ਗਿਆ। ਫਿਰ ਦੂਜੀ ਅੱਖ ਕੱਢੀ ਗਈ, ਹੁਣ ਮੰਨ ਜਾ ਇਹ ਕਹਾਣੀ ਥੋੜਾ ਕੋਈ ਵੀ ਜੋੜ ਕੇ ਸੁਣਾਈ, ਸਾਡਾ ਇਤਿਹਾਸ ਹੈ ਖਾਲਸੇ ਦਾ। ਇਸ ਕਰਕੇ ਦੋ ਅੱਖਾਂ ਕੱਢੀਆਂ, ਇੱਥੇ ਨਹੀਂ ਰੁਕੇ, ਜੰਬੂਰਾਂ ਨਾਲ ਲਾਲ ਸੂਏ ਕਰਕੇ ਜੰਬੂਰ ਅੱਗ ਵਰਗੇ, ਮਾਸ ਨੋਚਿਆ ਗਿਆ। ਜਦੋਂ ਮਾਸ ਵੀ ਨੋਚਿਆ ਗਿਆ, ਕਹਿਣ ਲੱਗੇ ਇਹਦੀ ਕਮਜ਼ੋਰੀ, ਇਹਦਾ ਪੁੱਤਰ ਵੀ ਹੋ ਸਕਦਾ ਹੈ। ਕਹਿਣ ਲੱਗੇ ਮੰਨ ਜਾ, ਅਜੇ ਵੀ ਧਰਮ ਛੱਡ ਦੇ, ਈਨ ਮੰਨ ਲੈ, ਨਹੀਂ ਤਾਂ ਤੇਰੇ ਪੁੱਤਰ ਨੂੰ ਵੀ ਕੋਹ ਕੇ ਸ਼ਹੀਦ ਕੀਤਾ ਜਾਣਾ। ਇੱਕ ਇਤਿਹਾਸਕਾਰ ਨੇ ਲਿਖਿਆ ਪਹਿਲਾਂ ਸਿਰ ਲਾਇਆ ਗਿਆ ਪੁੱਤਰ ਦਾ, ਉਹਦੀ ਝੋਲੀ 'ਚ ਪਾਤਾ, ਪਿਓ ਦੀ ਪੁੱਤਰ ਦਾ ਸਿਰ। ਕੋਈ ਮਾੜਾ ਜਿਹਾ ਭਾਣਾ ਵਰਤ ਜੇ ਰੱਬ ਮਾੜਾ ਕਰਦਾ ਉਹ ਕਰਦਾ। ਕਿਤੇ ਇਤਿਹਾਸ ਪੜ੍ਹਦੇ ਕਿ ਨਹੀਂ ਸੁਣਦੇ ਤੁਸੀਂ? ਤੇ ਉਹ ਇੰਨਾ ਕੁਛ ਕਰਕੇ ਵੀ, ਸਹਿਣ ਕਰਕੇ ਵੀ, ਤੇ ਕਲਗੀਆਂਵਾਲ ਦਾ ਸ਼ੁਕਰਗੁਜ਼ਾਰ ਕਰਦਾ ਹੈ। ਮੇਰੀ ਅੱਖਾਂ ਦੇ ਸਾਹਮਣੇ ਮੇਰਾ ਪੁੱਤਰ ਸ਼ਹੀਦ ਹੋ ਗਿਆ ਹੈ, ਤੇਰੇ ਵੀ ਦਾਤਾ ਹੋਏ ਸੀ, ਤੂੰ ਵੀ ਸਾਡੇ ਵਾਸਤੇ ਆਪਣੇ ਪੁੱਤਰਾਂ ਦੇ ਸਿਰ ਕਟਾਏ ਸੀ। ਕੀ ਹੋਇਆ ਜੇ ਸਾਡੇ ਦਾ ਕੱਟਿਆ ਗਿਆ ਤੇ ਖੁਸ਼ੀ ਹੈ। ਸਿੱਖੀ ਤੋਂ ਮੁਨਕਰ ਤੇ ਨਾ ਹੋਇਆ, ਦਾਗ ਤੇ ਨਹੀਂ ਲਾਇਆ ਸਿੱਖੀ ਨੂੰ। ਉਸ ਤੋਂ ਬਾਅਦ ਉਹਦੇ ਪੁੱਤਰ ਦਾ ਦਿਲ ਕੱਢਿਆ ਗਿਆ ਸਾਹਮਣੇ, ਦਿਲ ਮੂੰਹ ਵਿੱਚ ਪਾਇਆ ਗਿਆ। ਪਹਿਲਾਂ ਕਿਹਾ ਸੀ ਤੂੰ ਆਪ ਆਪਣੇ ਪੁੱਤਰ ਦਾ ਕਤਲ ਕਰ, ਕਹਿੰਦੇ ਇਹ ਨਹੀਂ ਕਰ ਸਕਦਾ। ਖਾਲਸਾ ਕਿਸੇ ਬੱਚੇ ਬਜ਼ੁਰਗ ਤੇ ਵਾਅਦਾ ਨਹੀਂ ਕਰਦਾ, ਖਾਲਸਾ ਜ਼ੁਲਮ ਕਰਨ ਵਾਲਿਆਂ ਦਾ ਨਾਸ਼ ਕਰਦਾ ਹੈ। ਇਸ ਕਰਕੇ ਉਹਨਾਂ ਨੇ ਫਿਰ ਆਪ ਹੀ ਤਸੀਹਾ ਸਾਹਿਬਜ਼ਾਦੇ ਨੂੰ ਦਿੱਤਾ ਗਿਆ, ਬਾਬਾ ਬੰਦਾ ਸਿੰਘ ਬਹਾਦਰ ਦੇ ਪੁੱਤਰ ਨੂੰ। ਉਸ ਤੋਂ ਬਾਅਦ ਨਹੀਂ ਰੁਕੇ, ਸੱਜੀ ਬਾਂਹ ਕੱਟੀ, ਖੱਬੀ ਬਾਂਹ ਕੱਟੀ। ਕਈਆਂ ਨੇ ਲਿਖਿਆ ਪਹਿਲਾਂ ਹੱਥ ਕੱਟੇ, ਉਂਗਲਾਂ ਕੱਟੀਆਂ, ਹੱਥ ਕੱਟੇ, ਬਾਹਾਂ ਕੱਟੀਆਂ, ਹੁਣ ਮੰਨ ਜਾ। ਕਹਿੰਦੇ ਨਹੀਂ, ਕਹਿੰਦੇ ਗੱਲ ਤਾਂ ਇਹ ਹੈ ਵਿਚਾਰਨ ਦੀ, ਜਦੋਂ ਵੀ ਇਹਦੀਆਂ ਅੱਖਾਂ ਕੱਢੀਆਂ ਨੇ ਇਹਨੂੰ ਸੀ ਵੀ ਨਹੀਂ ਹੋਈ, ਇਹਦੇ ਉਂਗਲਾਂ ਵੱਡੀਆਂ ਨੇ ਇਹਨੂੰ ਸੀ ਵੀ ਨਹੀਂ ਹੋਈ, ਇਹਦੇ ਹੱਥ ਵੱਡੇ ਨੇ ਇਹਨੂੰ ਸੀ ਨਹੀਂ, ਉਹਨੂੰ ਹੋਰ ਤਸੀਹੇ ਦਿੱਤੇ ਨੇ ਸੀ ਨਹੀਂ ਹੋਈ। ਪਰ ਕਲਗੀਆਂਵਾਲੇ ਪਾਤਸ਼ਾਹ ਦੀ ਕਿਰਪਾ, ਬਾਣੀ ਨਾਲ ਜੁੜਿਆ ਰੱਤੀ ਰੂਹ, ਉਹਨਾਂ ਨੇ ਪੁੱਛ ਹੀ ਲਿਆ ਤੈਨੂੰ ਪੀੜ ਨਹੀਂ ਹੁੰਦੀ? ਉਹ ਕਹਿੰਦੇ ਸਾਡਾ ਸਰੀਰ ਪੀੜ ਕੀ ਹੋਣੀ ਹੈ, ਮਕਾਨ ਦੀ ਨਿਆਈ ਹੈ। ਮਕਾਨ ਵਿੱਚ ਆਂਦਾ, ਮਕਾਨ ਦੀ ਨਿਆਈ ਕਿਵੇਂ ਹੈ? ਕਹਿੰਦੇ ਮਕਾਨ ਵਿੱਚ ਰਹਿਣ ਵਾਲਾ, ਮਕਾਨ ਤੇ ਮਾੜਾ ਮੋਟਾ ਕੋਈ ਵਾਧਾ ਹੋਵੇ, ਕੋਈ ਵਾਰ ਹੋਵੇ, ਜਿਹੜਾ ਮਕਾਨ ਦੇ ਵਿੱਚ ਹੁੰਦਾ ਉਹਦੇ ਤੇ ਨਹੀਂ ਅਸਰ ਹੁੰਦਾ। ਤੇ ਜੇ ਮਕਾਨ ਢਹਿਣ ਤੇ ਆ ਜੇ ਫਿਰ ਉਹਨੂੰ ਛੱਡ ਕੇ ਬਾਹਰ ਨਿਕਲ ਜਾਂਦਾ ਹੈ। ਇਹ ਸਰੀਰ ਮਕਾਨ ਹੈ, ਜਿੰਨੇ ਮਰਜ਼ੀ ਤਸੀਹੇ ਦੇ ਲਓ ਅਸਰ ਨਹੀਂ ਹੋਣਾ, ਕਿਉਂਕਿ ਅਵਸਥਾ ਤੇ ਆਤਮ ਸਰੂਪ ਵਿੱਚ ਪਹੁੰਚੀ ਹੋਈ ਹੈ ਮਹਾਰਾਜ ਦੇ ਚਰਨਾਂ ਵਿੱਚ। ਤੇ ਜਦੋਂ ਫਿਰ ਸਰੀਰ ਦਾ ਨਾਸ਼ ਹੋ ਜੇ ਜਿਵੇਂ ਮਕਾਨ ਦਾ, ਉਦੋਂ ਫਿਰ ਆਤਮਾ ਛੱਡ ਕੇ ਸਰੀਰ ਨੂੰ ਗੁਰੂ ਦੇ ਚਰਨਾਂ 'ਚ ਤੁਰ ਜਾਂਦੀ ਗੁਰਪੁਰੀ ਵਿੱਚ। ਇਹ ਪਹੁੰਚੇ ਹੋਏ ਦੀ ਅਵਸਥਾਵਾਂ ਨੇ। ਫਿਰ ਕਹਿੰਦੇ ਹੁੰਦੇ ਪੈਰ ਕੱਟੇ, ਪੈਰ ਕੱਟਣ ਤੋਂ ਬਾਅਦ ਪੱਟ ਕੱਟੇ, ਇੰਨੇ ਤਸੀਹੇ ਦਿੱਤੇ ਗਏ। ਪਰ ਬਾਬਾ ਬੰਦਾ ਸਿੰਘ ਬਹਾਦਰ ਨਹੀਂ ਨਾ ਮੰਨੀ। ਸਾਨੂੰ ਵੀ ਸਿੱਖਿਆ ਹੈ,
ਅਸੀਂ ਆਪਣੇ ਇਤਿਹਾਸ ਤੋਂ, ਸਿੱਖੀ ਧਰਮ ਤੋਂ ਕਿਉਂ ਦੂਰ ਜਾ ਰਹੇ ਹਾਂ? ਇੰਨੀਆਂ ਤਸੀਹੇ ਦਿੱਤੇ ਗਏ, ਕਸ਼ਟ ਦਿੱਤੇ ਗਏ, ਉਹ ਸਿੱਖੀ ਨੂੰ ਉਹਨਾਂ ਨੇ ਛੱਡਿਆ ਨਹੀਂ, ਤਿਆਗਿਆ ਨਹੀਂ। ਚਾਹੀਦਾ ਹੈ ਸਾਨੂੰ ਵੀ ਸਿੱਖੀ 'ਚ ਨਿਪੁੰਨ ਹੋਣਾ ਚਾਹੀਦਾ, ਕੇਸ ਰੱਖਣੇ ਚਾਹੀਦੇ ਨੇ। ਇਹ ਕੇਸ ਰੱਖਣ, ਭਾਵੇਂ ਬੇਗਮਾਂ ਦੇ ਡੋਲੇ ਮਿਲੇ, ਭਾਵੇਂ ਬਾਦਸ਼ਾਹੀਆਂ ਦਿੱਤੀਆਂ ਨਹੀਂ, ਠੁਕਰਾਤੀਆਂ। ਸਾਡੇ ਬੱਚੇ ਨੂੰ ਤਾਂ ਕੋਈ ਨੌਕਰੀ ਮਿਲ ਜੇ ਵੀ ਚਲੋ ਜੀ ਨਾਲ ਦੀ ਨਾਲ ਕਟਾਉਣ ਨੂੰ ਤਿਆਰ ਹੋ ਜਾਏ। ਕਿੱਥੇ ਖੜੇ ਆ ਅਸੀਂ? ਨਹੀਂ, ਗੁਰੂ ਕਲਗੀਧਰ ਪਾਤਸ਼ਾਹ ਦੀ ਕਿਰਪਾ ਦੇ ਪਾਤਰ ਨਹੀਂ ਬਣਨਾ ਸੀ। ਸਿੱਖੀ ਨਾਲ ਪਿਆਰ ਕਰੋ, ਸਿੱਖੀ ਸੰਭੋ। ਇਹ ਸਿੱਖੀ ਵਾਸਤੇ ਸਾਰਾ ਕੁਝ ਹੋਇਆ। ਅੱਜ ਸਾਨੂੰ ਜਿੰਨੇ ਸੁੱਖ ਮਿਲੇ ਨੇ ਉਹਨਾਂ ਦੀ ਬਦੌਲਤ ਹੀ ਮਿਲੇ ਨੇ। ਖੈਰ, ਸਮਾਪਤੀ ਸ਼ਹੀਦ ਕਰ ਦਿੱਤਾ ਗਿਆ ਬਾਬਾ ਬੰਦਾ ਸਿੰਘ ਬਹਾਦਰ ਨੂੰ। ਸੋ ਇਹ ਦਿਨ ਜਿਹੜਾ ਸੀ ਆਪਾਂ ਮਨਾਇਆ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਦਾ। ਭਾਵੇਂ ਉਹ ਕੱਲ੍ਹ ਦਾ ਦਿਨ ਸੀ, ਪਰ ਸੰਗਤ ਨੂੰ ਇਹ ਸੋਝੀ ਦੇਣ ਵਾਸਤੇ, ਇਤਿਹਾਸ ਦੀ ਜਾਣਕਾਰੀ ਦੇਣ ਵਾਸਤੇ, ਭਾਵੇਂ ਦਿਨ ਅੱਗੇ ਪਿੱਛੇ ਵੀ ਹੋਵੇ, ਗੱਲ ਤਾਂ ਮਨਾਉਣ ਦੀ, ਮਨਾ ਲੈਣਾ ਚਾਹੀਦਾ ਹੈ। ਇਸ ਕਰਕੇ ਆਪਾਂ ਸਾਰਿਆਂ ਨੇ ਰਲ ਮਿਲ ਕੇ ਉਹ ਸ਼ਹੀਦਾਂ ਦਾ ਦਿਨ ਮਨਾਇਆ, ਉਹਨਾਂ ਦੇ ਚਰਨਾਂ 'ਚ ਹਾਜ਼ਰੀ ਲਵਾਈਏ। ਬੜਾ ਸ਼ਰਧਾ ਦਾ ਸਬੂਤ ਦਿੱਤਾ ਭਾਈਆਂ ਨੇ, ਉਸ ਤੋਂ ਜ਼ਿਆਦਾ ਸਬੂਤ ਦਿੱਤਾ ਸਾਡੀਆਂ ਭੈਣਾਂ ਮਾਤਾਵਾਂ ਨੇ। ਭਾਵੇਂ ਤੁਰ ਜਾਂਦੀਆਂ ਨੇ, ਇਹਨਾਂ ਦੇ ਫਰਜ਼ ਬੜੇ ਨੇ, ਪਰ ਸ਼ਹੀਦਾਂ ਨਾਲ ਪਿਆਰ ਵੀ ਬੜਾ ਹੈ। ਬੈਠੀਆਂ ਨੇ, ਸਾਰਾ ਇਤਿਹਾਸ ਸੁਣਿਆ। ਮਹਾਰਾਜ ਤੁਹਾਡੇ ਬੱਚਿਆਂ ਤੇ ਪਰਿਵਾਰਾਂ ਤੇ ਮਿਹਰ ਭਰਿਆ ਹੱਥ ਰੱਖੇ। ਗੁਰਸਿੱਖੀ ਜੀਵਨ ਦੀ ਦਾਤ, ਨਾਮ ਬਾਣੀ ਦੇ ਪ੍ਰਤਾਪ ਔਰ ਸ਼ਹੀਦਾਂ, ਜਿੱਥੇ ਗੁਰੂ ਦੀ ਕਿਰਪਾ ਉੱਤੇ ਸ਼ਹੀਦਾਂ ਦੀ ਵੀ ਦਇਆ ਸਾਡੇ ਤੇ ਬਣੀ ਰਵੇ। ਕੋਟ ਕੋਟ ਪ੍ਰਣਾਮ ਉਹਨਾਂ ਸ਼ਹੀਦਾਂ ਦੇ ਚਰਨਾਂ ਦੇ ਵਿੱਚ। ਸੋ ਆਓ, ਜ਼ਿਆਦਾ ਸਮਾਂ ਨਾ ਲਈਏ, ਹੁਣ ਸਮਾਪਤੀ ਕਰੀਏ। ਸਾਰੇ ਫਤਿਹ ਬੁਲਾਓ, ਸਾਰੇ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।